Canada is the market as well worst. As well India the real estate market is slow है कि busy है कि That's why we decided कि GB Realty will start from Tri-City Chandigarh and expand globally. ਜਦੋਂ 4 ਸਾਲ ਬਾਅਦ ਕੰਪਲੀਸ਼ਨ ਹੁੰਦੀ ਹੈ ਕਿ ਡਿਵੈਲਪਰ ਦੀ ਟੀਮ ਹੈਲਪ ਕਰ ਸਕਦੀ ਉਹਨੂੰ ਫਲਿੱਪ ਕਰਨ ਨੂੰ ਅਪਾਰਟਮੈਂਟ। ਜੇ ਮੈਂ ਆਪਣੀ ਚੀਜ਼ ਨੂੰ ਆਪ ਖਰੀਦਣ ਲਈ ਤਿਆਰ ਨਹੀਂ ਆ ਤੇ ਕੋਈ ਵੀ ਨਹੀਂ ਖਰੀਦੇਗਾ। ਦੇ ਕਈ NRI ਜਿਹੜੇ ਹੈਗੇ ਨੇ ਉਹਨਾਂ ਦੀ ਮੇਨ ਕੰਸਰਨ ਹੀ ਹੁੰਦਾ ਕੋਠੀਆਂ ਹੈਗੀਆਂ ਨੇ ਪਰ ਸਿਕਿਉਰਿਟੀ ਨਹੀਂ ਹੈਗੀ। ਤੁਸੀਂ ਆਪਣੀ ਕੈਨੇਡੀਅਨ ਇਨਕਮ ਦਿਖਾ ਦਿਓ। There is a facility available for the NRIs. This is the flagship project. This is going to be the tallest building of the new Chandigarh. We are going 116 meter high. Which is 32 floors. ਮੈਨੂੰ ਪਤਾ ਤੁਸੀਂ 1% ਸਕੀਮ ਕੱਢੀ ਹੈ ਕੋਈ ਸਾਡੇ ਲਈ ਸਪੈਸ਼ਲ ਵੀ ਕੋਈ ਆਫਰ ਜਿਹੜਾ ਸਾਡਾ 1% ਪੇਮੈਂਟ ਪਲਾਨ ਹੈ That is a superior to the bank loan. ਤੇ ਉਹ ਬੈਲੈਂਸ ਲਾਈਫ ਕਿਦਾਂ ਹੋਊਗੀ ਜਿਹੜੀ ਕਹਿੰਦੇ ਲੋਕ ECG ਮਸ਼ੀਨ ਦੇਖੀ ਹੈ ਉਹ ਜਿਹੜੀ ਬੀਪ ਸੇ ਤੇ ਚੱਲਦੀ ਰਹਿੰਦੀ ਹੈ ਉਹਦਾ ਕੀ ਮਤਲਬ ਹੈ ਹਾਰਟ ਬੀਟ ਚੱਲਦੀ ਪਈ ਹੈ ਕਿ ਵੀ ਠੀਕ ਹੋ ਤੁਸੀਂ ਕਦੀ ਡਾਕਟਰ ਨੂੰ ਨਹੀਂ ਕਿਹਾ ਕਿ ਭਾਜੀ ਇਹ ਬੈਲੈਂਸ ਕਿਉਂ ਨਹੀਂ ਹੋ ਰਹੀ ਦਿਲ ਖੁਸ਼ ਹੋ ਗਿਆ ਕਿ ਭਰਾ ਦੀ ਸਕਸੈਸ ਦੇਖ ਕੇ ਕਮਾਲ ਹੈ ਯਾਰ Hey guys, there's a saying, you can take Punjabi out of Punjab, but cannot take Punjab out of Punjabi. Same thing goes with me and real estate. Whether I'm in Canada or whether I'm in anywhere else, real estate always come with me. Today, I'm sitting in India. My plan was not to sell real estate. It was a vacation for me. But when I came here, specifically this city, Chandigarh, I met my friend who is a prominent developer. And when I saw his growth and the projects they are coming, I couldn't stop myself not to do this podcast for 2 reasons. One, wanted to share his products, what he's selling it. More than that, I wanted to share his story because it's very inspiring. I have seen it personally. His growth has been exceptionally well, but I wanted to share that with my viewers. So if you're an entrepreneur, listen to this person. His journey is amazing. His name is Gurinder Patti. Most of the people know him with GB. GB Paji. ਵੈਲਕਮ ਸਰ ਥੈਂਕ ਯੂ ਵੈਰੀ ਮਚ ਜੈਜ ਸਾਡੇ ਨਾਲ ਪੋਡਕਾਸਟ ਤੇ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੈਜ ਭਾਜੀ ਯੂ ਸਟਾਰਟਡ ਵਿਦ ਅ ਵੈਰੀ ਡੀਪ ਸਟੇਟਮੈਂਟ ਕਿ ਜੀ ਤੁਸੀਂ ਪੰਜਾਬੀ ਨੂੰ ਪੰਜਾਬ ਚੋਂ ਤੇ ਕੱਢ ਲੋਗੇ ਬਟ ਪੰਜਾਬੀ ਦੇ ਅੰਦਰੋਂ ਪੰਜਾਬ ਨਹੀਂ ਕੱਢ ਸਕਦੇ ਬਿਲਕੁਲ ਇਹ ਹਰ ਚੀਜ਼ ਦੇ ਉੱਤੇ ਇਹ ਗੱਲ ਟੁਕਦੀ ਹੈ ਐਂਡ ਇਹ ਬਾਹਰ ਦੇ ਮੁਲਕਾਂ ਦੇ ਵਿੱਚ ਰਹਿ ਕਰਕੇ ਵੀ ਦੇਖ ਲਿਆ ਚਾਹੇ ਉਹ UK ਸੀ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਅਸੀਂ ਜਦੋਂ ਬਾਹਰ ਬੈਠੇ ਹੁੰਦੇ ਆ ਨਾ ਤੇ ਸਾਡਾ ਧਿਆਨ ਇੱਧਰ ਵਾਲੇ ਬੰਨੇ ਹੁੰਦਾ ਬਿਲਕੁਲ ਅਸੀਂ ਉੱਥੋਂ ਦੀ ਲੋਕਲ ਨਿਊਜ਼ ਮਿਸ ਕਰ ਜਾਈਏ ਬਟ ਪੰਜਾਬ ਦੀ ਨਿਊਜ਼ ਨਹੀਂ ਮਿਸ ਕਰਦੇ ਬਿਲਕੁਲ ਨਹੀਂ ਕਰਦੇ ਠੀਕ ਹੈ ਤੇ ਉਹ ਹੀ ਹਾਲ ਤੁਹਾਡਾ ਵੀ ਹੈ ਤੁਸੀਂ ਕਹਿੰਦੇ ਹੋ ਮੈਂ ਹੌਲੀਡੇ ਤੇ ਆ ਮੈਂ ਗਰੰਟੀ ਕਹਿੰਦਾ ਕਿ ਵੀ ਜੇ ਤੁਸੀਂ ਕਿਤੇ ਸਾਊਥ ਅਮਰੀਕਾ 'ਚ ਵੀ ਗਏ ਹੋਗੇ ਉੱਥੇ ਵੀ ਤੁਸੀਂ ਕੋਈ ਨਾ ਕੋਈ ਇੱਦਾਂ ਦੀ ਚੀਜ਼ ਲੱਭਦੇ ਹੋਗੇ ਕਿ ਅੱਛਾ ਯਾਰ ਆਹ ਚੀਜ਼ ਬੜੀ ਅੱਛੀ ਬਣੀ ਹੋਈ ਹੈ ਵੈਨ ਇਟ ਕਮਸ ਟੂ ਦਾ ਰੀਅਲ estate ਉਹ ਰੀਅਲ estate ਨਾ ਤੁਹਾਡੇ ਖੂਨ 'ਚ ਵਸ ਚੁੱਕੀ ਹੋਈ ਹੈ ਖੂਨ 'ਚ ਵਸ ਗਈ ਹੈ ਭਾਜੀ ਤੇ ਆਪਾਂ ਰੀਅਲ estate ਦੀ ਗੱਲ ਕਰਾਂਗੇ ਮੈਂ ਡੈਫੀਨਿਟਲੀ ਆਉਂਗਾ ਪਰ ਮੈਂ ਉਸ ਤੋਂ ਪਹਿਲਾਂ ਨਾ ਤੁਹਾਡੇ ਬਾਰੇ ਪੁੱਛਣਾ ਚਾਹੁੰਦਾ ਹਾਂ ਕਿਉਂਕਿ ਯੋਰ ਜਰਨੀ ਮੈਂ ਜਿੱਦਾਂ ਇੰਟਰੋਡਕਸ਼ਨ ਕੀਤਾ ਇਜ਼ ਬੀਇੰਗ ਅਮੇਜ਼ਿੰਗ ਨਾਟ ਸੇਇੰਗ ਕਿ ਮੈਂ ਕੈਮਰੇ ਤੇ ਗੱਲ ਕਰ ਰਿਹਾ ਤਾਂ ਆ ਮੈਂ ਦੇਖਿਆ ਆਫਿਸ ਤੇ ਦਿਲ ਖੁਸ਼ ਹੋ ਗਿਆ ਕਿ ਭਰਾ ਦੀ ਸਕਸੈਸ ਦੇਖ ਕੇ ਕਮਾਲ ਹੈ ਯਾਰ ਤਾਂ ਮੈਂ ਚਾਹੁੰਦਾ ਪਹਿਲਾਂ ਆਪਾਂ ਪਰਸਨਲ ਜਰਨੀ ਦੇ ਬਾਰੇ ਗੱਲ ਕਰੀਏ ਕਿ GB ਬ੍ਰਦਰ ਇੱਥੇ ਸਟਾਰਟ ਪਹੁੰਚਣ ਤੋਂ ਪਹਿਲਾਂ ਬਰੀਫਲੀ ਚਾਹੇ ਕੀ ਕੀਤਾ ਤੇ ਇੱਥੇ ਤੱਕ ਕਿੱਦਾਂ ਪਹੁੰਚੇ ਬਹੁਤ ਪਾਪੜ ਵੇਲੇ ਬਹੁਤ ਕੁਝ ਕੀਤਾ ਮਤਲਬ ਸਟਾਰਟਡ ਫਰੋਮ ਮਾਈ UK days right and then jumped into the immigration served in the industry say about good 20 years 18-20 years and then went to Canada ਜਿੱਥੇ ਸਾਡੀ ਮੁਲਾਕਾਤ ਦੁਬਾਰਾ ਹੋਈ ਜੈਨ ਸਾਹਿਬ ਦੀ ਬਰਥਡੇ ਪਾਰਟੀ ਤੇ ਯੈਸ ਤੇ expanded ourselves in Canada in the education sector 2019 was the year when I went to greet somebody on the Diwali and ਸਾਡੇ ਹੁੰਦਾ ਨਾ ਪੰਜਾਬ ਦੀਵਾਲੀ ਤੇ ਇੱਕ ਦੂਜੇ ਦੇ ਘਰ ਜਾਈਦਾ ਗਿਫਟ ਦੇਈਦਾ ਤਾਂ ਉੱਥੇ ਬੈਠ ਕੇ ਗੱਲ ਹੋਈ ਕਿ ਯਾਰ ਇੱਥੇ ਇੰਡੀਆ 'ਚ ਕੁਝ ਕਰੀਏ ਕਿਉਂਕਿ ਉਦੋਂ ਤੱਕ ਵੀ ਵਰ ਵੈਰੀ ਹੈਪੀ ਡੂਇੰਗ ਦ ਬਿਜ਼ਨਸ ਇਨ ਆਸਟ੍ਰੇਲੀਆ ਐਂਡ ਕੈਨੇਡਾ ਯਾਰ ਇੰਡੀਆ 'ਚ ਕੁਝ ਕਰੀਏ ਇਹ ਦੱਸੋ ਕੀ ਕਰਨਾ ਹੈ ਕਹਿੰਦੇ ਯਾਰ ਹੋਟਲ ਬਣਾ ਲੈ ਬੜਾ ਵਧੀਆ ਬਿਜ਼ਨਸ ਆ ਮੈਂ ਯਾਰ ਭਾਜੀ ਕੌਣ ਕੰਸਟਰਕਸ਼ਨ ਕਰੇਗਾ ਛੱਡੋ ਪਰਾਂ ਆਪਾਂ ਬਾਹਰ ਬਹੁਤ ਸੌਖੇ ਹਾਂ ਕਹਿੰਦੇ ਨਹੀਂ ਜ਼ਰੂਰ ਕਰਨਾ ਚਾਹੀਦਾ ਮੇਰੇ ਕੋਲ ਹੋਟਲ ਦਾ ਪਲਾਟ ਹੈ ਮੈਂ ਸਰਕਾਰ ਤੋਂ ਲਿੱਤਾ ਤੇ ਉੱਥੇ ਤੁਸੀਂ ਹੋਟਲ ਬਣਾ ਸਕਦੇ ਹੋ ਆਈ ਥਿੰਕ ਐਨ ਆਰ ਔਰ 2 I did my calculations. I said, yeah, let's do it. 2019, we entered the hospitality. 2020, just before the COVID, and we signed the first Hilton of Punjab. ਕਿ ਅਸੀਂ ਹਿਲਟਨ ਨੂੰ ਪੰਜਾਬ 'ਚ ਲੈ ਕੇ ਆ ਰਹੇ ਹਾਂ ਜੈਜ਼ ਜਦੋਂ ਮੈਂ ਐਂਟਰ ਕੀਤਾ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਉਦੋਂ ਤੱਕ ਸੀਗਾ ਕੰਸਟਰਕਸ਼ਨ ਕਰਨ ਤੋਂ ਨਾ ਡਰ ਲੱਗਦਾ ਸੀ ਕੌਣ ਪੰਗਿਆਂ 'ਚ ਪਏਗਾ ਕੌਣ ਸਿਰ ਪਿੱਟ ਲਊਗਾ ਦੈਨ ਜਲੰਧਰ 'ਚ ਅਸੀਂ ਬਹੁਤ ਛੋਟਾ ਜਿਹਾ ਪ੍ਰੋਜੈਕਟ ਕੀਤਾ ਕੁਛ SCOs ਕੋਵਿਡ ਦੇ ਦੌਰਾਨ ਜਦੋਂ ਕੋਵਿਡ ਖਤਮ ਹੋਇਆ
ਉਦੋਂ ਬਹੁਤ ਸਾਰਾ ਟਾਈਮ ਮਿਲਿਆ ਬ੍ਰੇਨਸਟੋਰਮਿੰਗ ਕਰਨ ਦਾ, ਦੇਖਣ ਦਾ ਕਿ ਆਊਟ ਆਫ ਬਾਕਸ, ਐਂਡ ਵੀ ਰਿਅਲਾਈਜ਼ਡ ਕਿ ਯਾਰ 16 ਤੋਂ 20 ਦੀ ਜਿਹੜੀ ਜਰਨੀ ਸੀ ਨਾ ਕੈਨੇਡਾ ਐਜੂਕੇਸ਼ਨ ਦੀ, ਉਹਨੇ ਕੰਫਰਟ ਜ਼ੋਨ 'ਚ ਬਿਠਾਤਾ ਕਿ ਕੁਛ ਨਵਾਂ ਕਰੀਏ, ਲੈਟਸ ਡੂ ਸਮਥਿੰਗ ਮੋਰ, ਲੈਟਸ ਡੂ ਸਮਥਿੰਗ ਮੋਰ। ਤੋ ਦੈਟ ਥਿੰਕਿੰਗ ਮੇਡ ਅਸ ਐਂਟਰਡ in the hospitality and to the real estate. So 2022 we started investing in multiple of developers ਅਲੱਗ ਅਲੱਗ ਜਗ੍ਹਾ ਦੇ ਉੱਤੇ। 22 ਐਂਡ ਤੱਕ ਸਾਨੂੰ ਇਹ ਕਲੀਅਰ ਹੋ ਗਿਆ ਸੀਗਾ ਕਿ ਯਾਰ ਇਹ ਏਡੀ ਕੁ ਵਧੀਆ ਇੰਡਸਟਰੀ ਹੈ ਰੀਅਲ ਏਸਟੇਟ, ਬਟ ਕੁਛ ਚੰਦ ਲੋਕਾਂ ਵੱਲੋਂ ਬਿਕਾਜ਼ ਆਫ ਦ ਮਿਸਮੈਨੇਜਮੈਂਟ ਆਫ ਫੰਡਸ, ਯੈਸ, ਬਿਕਾਜ਼ ਆਫ ਦ ਲੈਕ ਆਫ देयर ਓਨ ਫੰਡਸ, ਕਿਉਂਕਿ ਜੇ ਕੋਈ ਰੀਅਲ ਏਸਟੇਟ 'ਚ ਹੈ ਤਾਂ ਉਹ 100% ਉੱਤੇ ਹੀ ਡਿਪੈਂਡੈਂਟ ਹੈ। ਹਾਂ, ਹੋਰ ਬਿਜ਼ਨਸਿਸ ਨਹੀਂ ਹੈ ਕਿ ਵੀ ਜਿਰ ਤੋਂ ਮਲਟੀਪਲ ਕੈਸ਼ ਫਲੋਸ income ਆ ਰਹੇ। ਜਾਂ ਸੋਰਸ ਆਫ ਇਨਕਮ ਤੁਹਾਡੇ ਆ ਰਹੇ ਹੈ, ਤੇ ਰੀਅਲ ਏਸਟੇਟ ਤੁਸੀਂ ਆਪਣਾ ਪੈਸਾ ਪੰਪ ਕਰ ਰਹੇ ਹੋ। ਤਾਂ 23 ਵਾਸ ਦ ਈਅਰ ਵੈਨ ਵੀ ਡਿਸਾਈਡਡ ਕਿ ਯਾਰ ਵੀ ਵਿਲ ਐਂਟਰ ਇਨਟੂ ਦ ਰੀਅਲ ਏਸਟੇਟ। ਤੇ ਜਦੋਂ ਰੀਅਲ ਏਸਟੇਟ ਐਂਟਰ ਕਰਨਾ ਸੀ, ਸਾਡੇ ਵਾਸਤੇ ਇੱਕ ਸਭ ਤੋਂ ਵੱਡਾ ਚੈਲੰਜ ਸੀਗਾ ਹਾਊ ਐਂਡ ਫਰੋਮ ਵੇਅਰ। ਅਸੀਂ ਦੁਬਈ ਐਕਸਪਲੋਰ ਕੀਤਾ, ਕੈਨੇਡਾ ਐਕਸਪਲੋਰ ਕੀਤਾ, ਆਸਟ੍ਰੇਲੀਆ ਐਕਸਪਲੋਰ ਕੀਤਾ। ਦੈਨ ਫਾਈਨਲੀ ਇਹ ਮਨ ਬਣਾਇਆ ਯਾਰ ਅਸੀਂ ਨਾ ਇੱਕ ਈਵੈਂਟ ਅਟੈਂਡ ਕੀਤਾ ਇੱਥੇ ਇੰਡੀਆ ਦੇ ਵਿੱਚ। ਉਹ ਈਵੈਂਟ ਦੇ ਕਰੈਕਸ ਦੱਸ ਦਿੰਦਾ। ਈਵੈਂਟ ਦਾ ਕਰੈਕਸ ਇਹ ਸੀਗਾ ਕਿ ਬਾਹਰ ਦੀਆਂ ਕੰਪਨੀਆਂ ਇੱਥੇ ਆਉਂਦੀਆਂ, ਕਿ ਮਲਟੀਨੈਸ਼ਨਲ ਕੰਪਨੀ ਹੈ, ਬਾਹਰ ਦੀ ਕੰਪਨੀ। ਅਸੀਂ ਬਹੁਤ ਐਕਸਾਈਟਿਡ ਹੋਏ ਨੇ। ਅੱਜ ਮੇਰਾ ਖਿਆਲ ਜ਼ਮਾਨਾ ਬਦਲ ਗਿਆ, ਹੁਣ ਬਦਲ ਰਿਹਾ ਹੈ। ਅਗਲੇ 10 ਸਾਲ ਬਾਅਦ ਗੇਮ ਟੋਟਲੀ ਡਿਫਰੈਂਟ ਹੋਏਗੀ ਕਿ ਜਦੋਂ ਆ ਜਾਏਗਾ ਇਹ ਇੰਡੀਅਨ ਬ੍ਰਾਂਡ ਹੈ। तो that's why we decided कि GB Realty will start from Tri-City Chandigarh and expand globally. 23 ਚ ਕੀਤੀ ਸਟਾਰਟ ਰੀਅਲ ਏਸਟੇਟ ਡਿਵੈਲਪਮੈਂਟ। ਮਲਟੀਪਲ ਪ੍ਰੋਜੈਕਟਸ ਨੇ, ਮੈਂ ਆਪਣੀ ਅੱਖੀਂ ਦੇਖੇ ਨੇ ਉਹ ਪ੍ਰੋਜੈਕਟਸ। ਠੀਕ ਹੈ, ਸ਼ਾਨਦਾਰ ਆਫਿਸ ਆ। ਆਈ ਥਿੰਕ 50 ਤੋਂ ਉੱਤੇ ਦਾ ਸਟਾਫ ਹੈ ਇੱਥੇ ਕੰਮ ਕਰਦਾ ਪਿਆ। Over 100 ਫਿਰ ਓਵਰ 100, ਅਮੇਜ਼ਿੰਗ। ਠੀਕ ਹੈ, ਮਾਈਂਡ ਸੈਟ ਕਿੱਦਾਂ ਇਦਾਂ ਬਣਦਾ ਕਿ ਵੀ ਯਾਰ ਕਰਨਾ ਮੈਂ ਤੇ ਕੋਈ ਗੱਲ ਨਹੀਂ, ਦੇਖੀ ਜਾਏਗੀ। ਲੋਕੀ ਡਰਦੇ ਆ ਕਿਉਂਕਿ ਸਕਸੈਸਫੁਲ ਬਿਜ਼ਨਸ ਆ। ਕਈਆਂ ਨੂੰ ਜੇ ਨਹੀਂ ਪਤਾ, ਜੀਵੀ ਨੇ ਬਰੀਫਲੀ ਦੱਸਿਆ, ਮੈਂ ਦੱਸ ਦਿੰਦਾ। ਇਹਨਾਂ ਦਾ ਕੈਨੇਡਾ ਦੇ ਵਿੱਚ ਬਹੁਤ ਸਕਸੈਸਫੁਲ ਬਿਜ਼ਨਸ ਹੈਗਾ। 18 ਤੋਂ ਜ਼ਿਆਦਾ ਕੈਂਪਸਿਸ ਨੇ, ਆਈ ਥਿੰਕ 18 ਕੈਂਪਸਿਸ ਨੇ। ਡੋਮੈਸਟਿਕ ਸਟੂਡੈਂਟਸ, ਮੈਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਨਹੀਂ ਗੱਲ ਕਰ ਰਿਹਾ, ਡੋਮੈਸਟਿਕ ਸਟੂਡੈਂਟਸ ਦੇ 18 ਕੈਂਪਸ ਨੇ। ਦੇ ਹੈਵ ਓਵਰ 10,000 ਸਟੂਡੈਂਟਸ ਇਨ ਵਨ ਆਫ ਦ ਕੈਂਪਸ ਇਨ ਟੋਰਾਂਟੋ, ਰਾਈਟ? ਇੱਕ ਪਰਟੀਕੁਲਰ ਕੈਂਪਸ ਦੀ ਗੱਲ ਕਰ ਰਹੇ। ਸੋ ਜਦੋਂ ਬੰਦਾ ਨਾ ਉਸ ਲੈਵਲ ਤੇ ਹੋਵੇ ਕਿ ਯਾਰ ਸਕਸੈਸਫੁਲ ਹੋ ਗਿਆ, ਹੁਣ ਮਿਹਨਤ ਕੀਤੀ ਹੈ ਬਥੇਰੀ, ਬਿਜ਼ਨਸ ਸਟੈਬਲਿਸ਼ ਕਰਨਾ ਕੈਨੇਡਾ 'ਚ ਆ ਕੇ ਇਸ ਲੈਵਲ ਤੇ, ਦੁਬਾਰਾ ਤੋਂ ਫੇਰ ਕਰਨਾ ਕਿ ਨਵੀਂ ਸਟਾਰਟ ਕਰੀਏ, ਨਵੀਂ ਚੀਜ਼ ਸਟਾਰਟ ਕਰੀਏ। ਯੈਸ। ਅੱਛਾ, ਇਹ ਮਾਈਂਡਸੈਟ ਕਿੱਥੋਂ ਆਉਂਦਾ? ਇਹ 2 ਵਾਰੀ ਹੋ ਚੁੱਕਾ ਹੈ, 3 ਵਾਰ। ਮੈਂ ਤਿੰਨੋਂ ਇਨਸੀਡੈਂਟ ਦੱਸ ਦਿੰਦਾ। ਮੈਂ, ਪੁਨੀਤ ਔਰ ਸੁਹੇਲ, ਵੈਨ ਵੀ ਵੈਂਟ ਟੂ ਕੈਨੇਡਾ, ਕੋਈ ਨਹੀਂ ਸੀ ਜਾਣਦਾ ਜੈਸ। ਪੁਨੀਤ ਭਾਜੀ ਦਾ ਇੱਕ ਦੋਸਤ ਸੀਗਾ ਬਚਪਨ ਦਾ, ਇੱਕ ਮੇਰਾ ਅਰਲੀ ਡੇਜ਼ ਦਾ ਫਰੈਂਡ ਸੀਗਾ ਮੌਂਟੀ। ਇਹ 2 ਬੰਦੇ ਜਾਣਦੇ ਸੀ। ਤੀਸਰੀ ਸਾਡੇ ਕੋਲ ਇੱਥੇ ਕੁੜੀ ਕੰਮ ਕਰਦੀ ਸੀ, ਮੇਰੀ ਕਿ ਭੈਣ ਹੀ ਬਣੀ ਗਈ। ਇਹ 3 ਬੰਦਿਆਂ ਨਾਲ ਹੈਲੋ ਹਾਈ ਸੀ। ਐਂਡ 3 ਬੰਦਿਆਂ 'ਚੋਂ ਕਿਸੇ ਨੂੰ ਬਿਜ਼ਨਸ ਦਾ ਕੁਝ ਨਹੀਂ ਆਉਂਦਾ, ਤਿੰਨੋਂ ਜੌਬਸ ਕਰ ਰਹੇ। ਅਸੀਂ ਜਦੋਂ ਕੈਨੇਡਾ ਗਏ, ਕਾਲਜ ਲੱਭਣਾ ਸ਼ੁਰੂ ਕੀਤਾ, ਇੱਕੋ ਹੋਟਲ 'ਚ 30 ਕੁ ਦਿਨ ਜਦੋਂ ਬੀਤ ਗਏ, ਤੇ ਪੁਨੀਤ ਭਾਜੀ ਅਗਲੇ ਦਿਨ ਸਵੇਰੇ ਉੱਠ ਕੇ ਕਹਿੰਦੇ ਯਾਰ ਹੋਟਲ ਚੇਂਜ ਕਰ ਲਈਏ, ਸੇਮ ਹੀ ਬ੍ਰੇਕਫਾਸਟ ਖਾਈ ਜਾ ਰਹੇ। ਜਦੋਂ ਤੁਹਾਨੂੰ ਕੋਈ ਜਾਂਦਾ ਨਹੀਂ, ਤੁਹਾਨੂੰ ਨਹੀਂ ਪਤਾ ਤੁਸੀਂ ਰਾਈਟ ਜਾਣਾ ਲੈਫਟ ਜਾਣਾ, ਤੁਹਾਡੇ ਕੋਲ ਗੱਡੀ ਦਾ ਐਕਸੈਸ ਨਹੀਂ ਹੈ, ਤੁਸੀਂ ਊਬਰ ਦੇ ਉੱਤੇ ਜਾ ਰਹੇ ਹੋ, ਟੈਕਸੀਜ਼ ਲੈ ਰਹੇ ਹੋ, ਆ ਰਹੇ ਹੋ, ਤੇ ਕਿਹੜੇ ਬੰਦਿਆਂ ਨੂੰ ਮਿਲ ਰਹੇ ਆ, ਜਾਂ ਸੀਏ ਨੂੰ, ਜਾਂ ਬ੍ਰੋਕਰ ਨੂੰ, ਤੇ ਜਾਂ ਤੁਸੀਂ ਵਕੀਲ ਨੂੰ। ਚੌਥਾ ਕਿਸੇ ਬੰਦੇ ਨੂੰ ਨਹੀਂ ਮਿਲ ਰਿਹਾ ਕਿਉਂਕਿ ਕੋਈ ਜਾਣਦਾ ਹੀ ਨਹੀਂ। ਤੇ 30ਵੇਂ ਕੁ ਦਿਨ ਜਾ ਕੇ ਫਰਸਟ੍ਰੇਸ਼ਨ ਆ ਗਈ ਕਿ ਯਾਰ ਸਭ ਕੁਛ ਹੈਗਾ ਇੰਡੀਆ ਦੇ ਵਿੱਚ, ਕਰੀ ਗੱਲੋਂ ਧੱਕੇ ਖਾਣੇ ਪਏ ਯਾਰ। ਇਹਨੂੰ ਪਤਾ ਕਦੋਂ ਹੋਇਆ? ਸਨੋ ਸਟ੍ਰੋਮ ਸੀ, ਤੇ ਸਾਨੂੰ ਇਹ ਆਇਆ ਕਿ ਯਾਰ ਸਨੋ ਸਟ੍ਰੋਮ ਆਣੀ ਹੈ ਤੇ 7 ਵਜੇ ਤੋਂ ਪਹਿਲੇ ਪਹੁੰਚ ਜਿਓ। ਯਾਰ ਕੀ ਸਨੋ ਸਟ੍ਰੋਮ, ਐਵੇਂ ਕਮਲਿਆਂ ਵਾਲੀਆਂ ਗੱਲਾਂ। ਟੋਰਾਂਟੋ ਡਾਊਨਟਾਊਨ, ਭਾਈ ਸਾਹਿਬ 7:05 ਤੇ ਅਸੀਂ ਟੈਕਸੀ ਬੁਲਾਈਏ, ਕੋਈ ਟੈਕਸੀ ਆਵੇ ਨਾ। ਬਾਹਰ ਖੜੇ ਕੰਨ ਆਉਂ ਫਰੋਜ਼, ਏਸੀ ਆਉਂ ਕੀਤਾ ਤੇ ਟੁੱਟ ਜਾਣਗੇ। ਫਾਈਨਲੀ ਕਿਸੇ ਜਗ੍ਹਾ 'ਚ ਵੜੇ ਤੇ ਕੰਮ ਸੈੱਟ ਹੋਇਆ। ਉਸ ਦਿਨ ਲਿਟਰਲੀ ਅੱਖਾਂ 'ਚ ਅਥਰੂ ਸੀ। ਯਾਰ ਛੱਡ, ਕੀ ਪਿਆ ਐਵੇਂ ਬੱਲੇ ਬੱਲੇ 'ਚੋਂ, ਚਲੀਏ। ਸਾਡੇ ਤਿੰਨਾਂ 'ਚੋਂ ਇੱਕ ਬੰਦਾ ਖੜਾ ਹੋ ਗਿਆ ਜੀ, ਮੈਂ ਤੇ ਵਾਅਦਾ ਕਰਕੇ ਆਇਆ ਉੱਥੇ ਕਿ ਆਪਾਂ ਕਾਲਜ ਲੈ ਲਿਆ, ਮੈਂ ਖਾਲੀ ਹੱਥ ਨਹੀਂ ਜਾਣਾ। ਬਾਕੀ 2 ਬੰਦੇ ਨਾਲ ਖੜ ਗਏ। ਕਿਉਂ? ਮੈਂ ਹਮੇਸ਼ਾ ਕਹਿੰਦਾ ਯੋਰ ਵਰਡਸ ਮੇਕ ਯੋਰ ਵਰਲਡ। ਤੁਸੀਂ ਜ਼ਿੰਦਗੀ 'ਚ ਗਰੋ ਕਰਨਾ ਹੈ, 4 ਬੰਦਿਆਂ 'ਚ ਖੜੇ ਹੋ ਕੇ ਡੈਕਲੇਰੇਸ਼ਨ ਦੇ ਦਿਓ ਕਿ ਮੈਂ ਇਹ ਕਰਾਂਗਾ। ਜੇ ਵਿਚਾਰ ਆਇਆ ਤੇ ਲੋਕੀ ਡਰਦੇ ਆ ਉਹਨੂੰ। ਤੇ ਉਹ ਉਲਟਾ ਕਰਦੇ, ਕਹਿੰਦੇ ਦੱਸੋ ਨਾ ਕਿਸੇ ਨੂੰ, ਕਿਉਂਕਿ ਜਦੋਂ ਡੈਕਲੇਰੇਸ਼ਨ ਦਿਓਗੇ ਨਾ ਤੇ ਜੈਸ ਵਰਗੇ ਨਹੀਂ ਆ ਕੇ ਰਾਤ ਨੂੰ ਟੀਚਰ ਮਾਰ ਜਾਣੀ ਹੈ। ਉਹ ਕੀ ਬਣਿਆ ਜੀ ਵੀ ਤੂੰ ਕਹਿੰਦਾ ਸੀ ਉਹ ਹੋਊਗਾ, ਅੱਛਾ ਫਿਰ ਨਹੀਂ ਆ, ਚਲੋ ਕੋਈ ਗੱਲ ਨਹੀਂ, ਉਹ ਹੁੰਦਾ। ਉਹ ਜਿਹੜਾ ਬੰਦਾ ਰੀਅਲੀ ਮੀਨ ਕਰਦਾ ਨਾ, ਉਹਨੂੰ ਬਹੁਤ ਚੁੱਭਦੀ ਹੈ।
ਹੁਣ ਉੱਥੇ ਹੀ ਚੀਜ਼ਾਂ ਸ਼ੁਰੂ ਹੁੰਦੀਆਂ, ਜਾਂ ਹਾਰ ਕੇ ਬਹਿ ਜਾਓ ਹਾਂ ਤੇ ਜਾਂ ਬਾਉਂਸ ਬੈਕ ਕਰੋ, ਪੀਰੀਅਡ। देयर इज नो मिडवे टू इट। ਸੋ ਮੇਰੇ ਲਈ ਪੁਨੀਤ ਭਾਜੀ ਵਾਸਤੇ, ਸੁਹੇਲ ਵਾਸਤੇ, ਇਹ ਡੈਕਲੇਰੇਸ਼ਨ ਇਜ਼ ਦ ਓਨਲੀ ਕੀ ਟੂਵਰਡਸ ਆਵਰ ਸਕਸੈਸ ਐਂਡ ਵੇਅਰ ਐਵਰ ਵੀ ਆਰ। ਕਿ ਯਾਰ ਡਿਕਲੇਅਰ ਕੀਤਾ ਕਿ ਅਸੀਂ ਕਾਲਜ ਲੈ ਲਿਆ, ਖਾਲੀ ਹੱਥ ਨਹੀਂ ਜਾਣਾ। ਹੁਣ ਇੱਥੇ ਮਰਨਾ ਪੈਂਦਾ, ਮਰਾਂਗੇ, ਬਟ ਕਾਲਜ ਲੈ ਕੇ ਜਾਵਾਂਗੇ। ਫਿਰ ਜਦੋਂ ਕਾਲਜ ਲੈ ਲਿਆ ਤੇ ਇਹ ਡੈਕਲੇਰੇਸ਼ਨ ਹੋ ਗਈ ਜੀ ਅਸੀਂ ਸਕਸੈਸਫੁਲੀ ਚਲਾਵਾਂਗੇ। ਇੱਥੋਂ ਕੋਈ ਬੰਦਾ ਛੱਡ ਕੇ ਨਹੀਂ ਜਾਊਗਾ। ਅਸੀਂ ਵਾਅਦਾ ਦਿੱਤਾ ਉੱਥੇ ਜਦੋਂ ਪਹਿਲਾਂ ਕਾਲਜ, ਕਿਉਂਕਿ ਦੇ ਵਰ ਸਕੇਅਰਡ ਕਿ ਨਵੀਂ ਮੈਨੇਜਮੈਂਟ ਆਈ, ਹੁਣ ਸਾਡੀ ਛੁੱਟੀ ਹੋਈ ਨਹੀਂ ਹੈ। ਅਸੀਂ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਯਾਰ ਤੁਹਾਡੇ ਚੋਂ ਕਿਸੇ ਨੂੰ ਨਹੀਂ ਕੱਢਦੇ, ਸਿਰਫ ਆਪਣੀ ਸ਼ਿੱਦਤ ਨਾਲ ਕੰਮ ਕਰੋ, ਚਲਾ ਅਸੀਂ ਲਵਾਂਗੇ। 1 ਸਾਲ ਹੀ ਲੱਗਾ ਸੀ ਸਿੱਖਣ ਨੂੰ। ਉੱਥੇ ਹੀ ਬਹੁਤ ਰਾਤਾਂ ਇੱਦਾਂ ਦੀਆਂ ਵੀ ਆਈਆਂ ਕਿ ਕੈਂਪਸ 'ਚ ਹੀ ਸੁੱਤੇ ਹੋਏ ਆ। ਬਹੁਤ ਰਾਤਾਂ ਇੱਦਾਂ ਦੀਆਂ ਵੀ ਆਈਆਂ, ਪਤਾ ਨਹੀਂ ਕਿੰਨੇ ਕਿੰਨੇ ਕਿਲੋਮੀਟਰ ਆਪਣਾ ਲੈਪਟਾਪ ਬੈਗ ਚੱਕ ਕੇ ਤੁਰੇ ਹੋਏ ਆ। ਉਦੋਂ 70 ਬੱਚੇ ਹੁੰਦੇ ਸੀ, ਸਿਰਫ 70 ਬੱਚੇ। ਮੈਨੂੰ ਪਤਾ, ਸਾਰਾ ਪਤਾ ਮੈਨੂੰ ਤਾਂ ਜਦੋਂ ਅਸੀਂ ਲਿੱਤਾ ਹੈ। ਕਮਾਲ ਦੀ ਜਰਨੀ। ਦੂਸਰਾ ਸਾਡੇ ਨਾਲ ਐਪੀਸੋਡ ਹੋਇਆ ਜਦੋਂ ਅਸੀਂ ਹਸਪਿਟੈਲਿਟੀ 'ਚ ਐਂਟਰ ਕੀਤੇ ਹੋਟਲ 'ਚ। ਉਹ ਯਾਰ BOQs ਆ ਰਹੇ ਆ ਵੈਂਡਰ ਇੱਦਾਂ ਹੈ, ਇੱਥੇ ਬੰਦਾ ਇਹ ਹੇਰਾਫੇਰੀ ਕਰ ਰਿਹਾ, ਇੱਥੇ ਚੋਰੀ ਹੋ ਰਹੀ ਹੈ, ਇੱਦਾਂ ਕਰ ਰਿਹਾ। ਯਾਰ ਦਿਮਾਗ ਫਟਣ ਵਾਲੀ ਗੱਲ। ਇਹੀ ਕਿਹੜੇ ਕੰਮਾਂ 'ਚ ਪੈ ਗਏ ਅਸੀਂ। ਦੈਨ ਸਲੋਲੀ ਐਂਡ ਗ੍ਰੈਜੂਅਲੀ ਉਹਦੀ ਵੀ ਸਮਝ ਆਈ ਕਿ ਨਾ 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 ਇੱਕ ਹੋਟਲ ਤੇ ਨਹੀਂ ਰੁਕਣਾ, ਮਲਟੀਪਲ ਹੋਟਲਸ ਬਣਾਣੇ। ਹੁਣ ਕਿੰਨੇ ਹੋਟਲਸ ਦੇ ਪ੍ਰੋਜੈਕਟਸ ਹੈ? ਹਿਲਟਨ ਬਣ ਰਿਹਾ, ਸਰੋਵਰ ਵੀ ਐਕਵਾਇਰਡ ਇਟ, ਕਬਾਨਾ ਵੀ ਅੰਮ੍ਰਿਤਸਰ ਚ ਨਾ, ਕਲੱਬ ਕਬਾਨਾ ਜਲੰਧਰ ਦੇ ਵਿੱਚ ਜਿਹੜਾ ਹੈਗਾ। ਟੋਟਲ ਵੀ ਹੈਵ 3। ਸੋ ਜਰਨੀ ਹੌਲੀ ਹੌਲੀ ਜਦੋਂ ਤੁਸੀਂ ਪੈ ਜਾਂਦੇ ਹੋ ਨਾ, ਤੇ ਜਦੋਂ ਤੁਹਾਨੂੰ ਇਹ ਕਲੀਅਰ ਹੈ ਕਿ ਮੈਂ ਕੰਫਰਟ 'ਚ ਰਹਿ ਸਕਦਾ ਬਾਊ ਬਣ ਕੇ, ਕੋਈ ਗੱਲ ਨਹੀਂ। ਦੂਜਾ ਨਾ 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 ਮੈਨੂੰ ਗਰਾਊਂਡ ਰਿਐਲਿਟੀ ਤੋਂ ਪਰੇ ਨਹੀਂ ਹੋਣਾ। ਤੁਹਾਡੇ ਕੋਲ ਕੀ ਹੈ ਕੀ ਨਹੀਂ ਹੈ, ਲੈਟ ਪੀਪਲ ਡਿਸਾਈਡ। ਤੁਸੀਂ ਰੋਜ਼ ਆਪਣਾ ਸੇਮ ਸ਼ਿੱਦਤ ਨਾਲ ਕੰਮ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਆਪਣੇ ਆਪ ਪੀਪਲ ਵਿਲ ਸਟਾਰਟ ਸੇਇੰਗ। ਪਰ ਜਿਵੇਂ ਫਿਰ ਉਹ ਯਾਰ ਬੈਲੈਂਸ ਲਾਈਫ ਕਿਦਾਂ ਹੋਊਗੀ, ਜਿਹੜੀ ਕਹਿੰਦੇ ਲੋਕੀ ਬੈਲੈਂਸ। ਦਿਸ ਇਜ਼ ਅ ਬੁਲਸ਼ਿਟ। ਇਹ ਮੈਂ ਬਹੁਤ ਸੁਣਿਆ। देयर इज नो वर्ड कॉल्ड ਬੈਲੈਂਸਡ ਲਾਈਫ। ECG ਮਸ਼ੀਨ ਦੇਖੀ ਹੈ, ਉਹ ਜਿਹੜੀ ਬੀਪ ਸੇ ਤੇ ਚੱਲਦੀ ਰਹਿੰਦੀ ਹੈ, ਉਹਦਾ ਕੀ ਮਤਲਬ ਹੈ? ਹਾਰਟ ਬੀਟ ਚੱਲਦੀ ਪਈ ਕਿ ਵੀ ਠੀਕ ਹੋ ਤੁਸੀਂ। ਕਦੀ ਡਾਕਟਰ ਨੂੰ ਨਹੀਂ ਕਿਹਾ ਕਿ ਭਾਜੀ ਇਹ ਬੈਲੈਂਸ ਕਿਉਂ ਨਹੀਂ ਹੋ ਰਹੀ? ਤੇ ਖਤਮ ਆ ਫਿਰ ਤਾਂ ਬੈਲੈਂਸ। ਬਸ ਇੱਕ ਵਾਰੀ ਬੈਲੈਂਸ ਇੱਕੋ ਦਿਨ ਆਊਗਾ। ਫਿਲਮਾਂ 'ਚ ਦੇਦੇ ਸੀ, ਸਿੱਧੀ ਲਾਈਨ ਆਉਂਦੀ ਸੀ ਤੇ ਬੱਲੇ ਬੰਦਾ ਹੋ ਗਿਆ। ਜਦੋਂ ਬੰਦੇ ਨੂੰ ਅਰਥੀ ਤੇ ਚੱਕ ਕੇ ਲੈ ਕੇ ਜਾਂਦੇ ਨਾ, ਬੈਲੈਂਸ ਹੀ ਹੁੰਦਾ, 4 ਬੰਦਿਆਂ ਨੇ ਚੁੱਕੀ ਹੁੰਦੀ ਹੈ, ਐਨ ਸਟ੍ਰੇਟ ਬਾਡੀ ਹੁੰਦੀ। ਉਦੋਂ ਫਿਰ ਤੁਸੀਂ ਬੰਦੇ ਨਹੀਂ ਰਹਿੰਦੇ, ਉਦੋਂ ਫਿਰ ਜੈਜ਼ ਨਹੀਂ ਹੁੰਦਾ, ਉਦੋਂ ਜੈਜ਼ ਦੀ ਬਾਡੀ ਬਣ ਜਾਂਦੀ ਹੈ। ਸਹੀ ਗੱਲ ਹੈ, ਠੀਕ ਹੈ। ਕਿ ਬੈਲੈਂਸ ਜਦੋਂ ਬੈਲੈਂਸ ਆ ਜਾਂਦਾ ਨਾ, ਉਦੋਂ ਫਿਰ ਨਾਮ ਨਾਲ ਨਹੀਂ ਬੁਲਾਇਆ ਜਾਂਦਾ। ਉਦੋਂ ਬੈਲੈਂਸ ਥੱਲੇ ਪਿਆ ਹੁੰਦਾ ਤੇ ਉਹ ਕਿਹਾ ਹੁੰਦਾ ਕਿ ਇਹ ਬਾਡੀ ਪਈ ਹੈ। ਬਾਡੀ ਪਈ ਹੈ, ਬਿਲਕੁਲ। ਇਹ ਵੀ ਨਹੀਂ ਕਹਿੰਦੇ ਕਿ ਆ ਬੰਦੇ ਦਾ ਨਾਮ ਲੈ ਕੇ ਕਿ ਉਹ ਪਿਆ, ਨਹੀਂ, ਬਾਡੀ ਕਹਿੰਦੇ ਬਾਡੀ ਪਈ ਹੈ, ਉਹਦੀ ਬਾਡੀ ਪਈ ਹੈ, ਕਿਉਂਕਿ ਉਹ ਬੈਲੈਂਸ ਆ ਗਿਆ। So this is a bullshit. Yes, you are stable. Your growth is stable. You are growing. You are hustling. सोमवार है, मंगलवार है, नेचर तो सीख लो कि every day is new journey, every day is new challenge, every day is new learning, every day is new profit, every day is new loss. So there is no word called balance. और जिरा तुसी बोलना चाह रहे हो work life balance, कुछ नहीं होता। No, I love it, ਕਿਉਂਕਿ ਮੈਂ ਵੀ ਬਹੁਤ ਕਹਿੰਦਾ ਹਾਂ ਉੱਥੇ, ਤੇ ਲੋਕਾਂ ਨੂੰ ਉਹ ਕਹਿੰਦੇ ਯਾਰ ਜੈਜ਼ ਤੂੰ ਆਲਵੇਸ ਬਸ ਤੈਨੂੰ ਇੱਕੋ ਗੱਲ ਹੈ, ਪੈਸਾ ਕਮਾ ਲਓ, ਪੈਸਾ ਕਮਾ ਲਓ, ਪੈਸਾ ਕਮਾ ਲਓ। ਮੈਂ ਕਿਹਾ ਪੈਸਾ ਨਹੀਂ ਕਮਾ ਲਓ, ਹੁਣ ਦੋ ਲੋ ਨਹੀਂ ਹੈ, ਪੈਸਾ ਕਮਾਣਾ ਹੈ, ਸ਼ੌਂਕ, ਪਾਗਲਪਨ, 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 ਕੁਝ ਕਰਨ ਦੀ, ਹਾਂ ਬਸ ਕੁਝ ਕਰਨ, ਕੰਮ ਕਰਨਾ, ਬਸ ਵੀ ਕੰਮ ਕਰੇ। ਉਹ ਮੈਂ ਬਹੁਤ ਵਧੀਆ ਚੀਜ਼ਾਂ ਸੁਣੀਆਂ ਹੋਈਆਂ, ਐਕਸਪੀਰੀਅੰਸ ਕੀਤੀਆਂ ਹੋਈਆਂ ਕਿ ਯਾਰ ਵਰਕ ਲਾਈਫ ਬੈਲੈਂਸ ਹਾਂ ਹੁੰਦਾ। ਮੇਰੇ ਲਈ ਮੇਰਾ ਵਰਕ ਲਾਈਫ ਬੈਲੈਂਸ, ਇਫ ਯੂ ਆਸਕ ਮੀ, ਮਾਈ ਵਰਕ ਲਾਈਫ ਬੈਲੈਂਸ ਇਜ਼, ਮੈਂ ਜਦੋਂ ਕੰਮ ਕਰ ਰਿਹਾ ਆਈ ਐਮ ਸੈਟਿਸਫਾਈਡ, ਆਈ ਐਮ ਫੁਲਫਿਲਡ। ਜਦੋਂ ਇੱਥੋਂ ਪਸੀਨਾ ਨਿਕਲ ਰਿਹਾ ਨਾ ਰੋਜ਼, ਆਈ ਐਮ ਫੁਲਫਿਲਡ ਕਿ ਅੱਜ ਮੈਂ ਕੁਝ ਨਵਾਂ ਸਿੱਖਿਆ। ਦੈਟ ਇਜ਼ ਅ ਵਰਕ ਲਾਈਫ, ਕਿਉਂਕਿ ਮੇਰੀ ਜ਼ਿੰਦਗੀ ਹੀ ਮੇਰਾ ਕੰਮ ਹੈ। ਪੀਪਲ ਹੂ ਡੋਂਟ ਹੈਵ ਅ ਕਲੈਰਿਟੀ ਔਨ ਵਟ ਇਜ਼ ਦ ਪਰਪਸ ਆਫ ਯਰ ਲਾਈਫ। ਯੈਸ, ਮੈਨੂੰ ਇਹ ਰੱਬ ਨੇ ਜੀਵਨ ਦਿੱਤਾ, ਮੈਂ ਕੀ ਕਰਨ ਆਇਆ। ਮੇਰਾ ਆਪਣਾ ਪਰਪਸ ਹੋ ਸਕਦਾ, ਜੈਸ ਦਾ ਆਪਣਾ ਹੋ ਸਕਦਾ, ਕਿਸੇ ਦਾ ਕੁਝ ਹੋਰ ਪਰਪਸ ਹੋ ਸਕਦਾ। ਆਈ ਐਮ ਨਾਟ ਅਗੇਂਸਟ ਐਨੀ। ਕਿਸੇ ਦਾ ਪਰਪਸ ਹੈ ਮੈਨੂੰ ਵਰਲਡ ਘੁੰਮਣਾ ਹੈ, ਕਿਸੇ ਦਾ ਪਰਪਸ ਹੈ ਕਿ ਮੈਨੂੰ ਯਾਰ ਸਿਰਫ ਇੱਕ ਘਰ, ਇੱਕ ਆ ਚਾਹੀਦਾ, ਇੱਕ ਆ ਚਾਹੀਦਾ। ਕਿਸੇ ਦਾ ਪਰਪਸ ਹੈ ਮੈਨੂੰ ਆਪਣੇ ਬੱਚਿਆਂ ਨੂੰ ਸਰਵ ਕਰਨਾ, ਕਿਸੇ ਦਾ ਪਰਪਸ ਹੈ ਮੈਨੂੰ ਆਪਣੇ ਮਾਂ-ਬਾਪ ਦੀ ਸੇਵਾ ਕਰਨੀ, ਕਿਸੇ ਦਾ ਪਰਪਸ ਹੈ ਮੈਨੂੰ ਸਿਰਫ ਰੱਬ ਦੇ ਰੰਗ 'ਚ ਰੱਖਣਾ। ਹਰ ਕਿਸੇ ਦਾ ਰੱਬ ਨੇ ਪਰਪਸ ਉਹਨੇ ਵੀ ਸੈੱਟ ਕੀਤਾ ਤੇ ਬੰਦਾ ਆਪ ਵੀ ਸੈੱਟ ਕਰਦਾ ਹੈ। ਵਟ ਐਵਰ ਦਾ ਪਰਪਸ ਯੂ ਹੈਵ, ਇਫ ਯੂ ਹੈਵ ਅ ਕਲੈਰਿਟੀ ਕਿ ਵੀ ਵਟ ਇਜ਼ ਦਾ ਪਰਪਸ ਆਫ ਯਰ ਲਾਈਫ, ਲਾਈਫ ਬਿਕਮ ਈਜ਼ੀ। ਨਹੀਂ ਯਾਰ ਬਿਲਕੁਲ ਸਹੀ ਗੱਲ ਹੈ। ਵਰਕ ਲਾਈਫ ਬੈਲੈਂਸ ਇਜ਼ ਅ ਮਿਥ। ਸੋ ਮੈਂ ਉਸ ਚੀਜ਼ ਨੂੰ ਸਮਝਦਾ, ਮੈਂ ਤਾਂ ਹੀ ਚਾਹੁੰਦਾ ਸੀ ਵੀ ਬਾਕੀਆਂ ਨੂੰ ਸਮਝ ਆਵੇ ਕਿ ਜਿਹੜੇ ਬੰਦਾ ਇਸ ਲੈਵਲ ਤੇ ਸਕਸੈਸਫੁਲ ਹੋਇਆ ਨਾ, ਉਹ ਤੁੱਕੇ ਲਾ ਕੇ ਜਾਂ ਵਰਕ ਲਾਈਫ ਬੈਲੈਂਸ, ਮੰਡੇ ਟੂ ਫਰਾਈਡੇ ਕੰਮ ਕਰਨਾ, 8 ਘੰਟੇ ਕੰਮ ਕਰਨਾ, ਇਟਸ ਅ ਬੁਲਸ਼ਿਟ। ਇਹ ਦੇਖੋ, ਮੈਂ ਪਤਾ ਨਹੀਂ ਕਿਤੇ ਸੁਣਿਆ ਸੀ ਔਰ ਮੈਂ ਐਕਸਪੀਰੀਅੰਸ ਵੀ ਕੀਤਾ ਆਪਣੀ ਜ਼ਿੰਦਗੀ 'ਚ। ਕਹਿੰਦੇ ਆ ਤੁਸੀਂ ਦਿਹਾੜੀ 'ਚ
8 ਘੰਟੇ ਕੰਮ ਕਰਨਾ ਸ਼ੁਰੂ ਕਰਤਾ, ਰੋਜੀ ਰੋਟੀ ਜੋਗੇ ਹੋ ਜਾਓਗੇ, ਵਧੀਆ ਰੋਟੀ ਚੱਲੂਗੀ ਘਰ ਦੀ, ਕੋਈ ਦਿੱਕਤ ਨਹੀਂ, ਮੰਡੇ ਟੂ ਫਰਾਈਡੇ। ਯੈਸ। ਤੇ ਜਿੱਧਰ ਮਰਜ਼ੀ ਧਿਆਨ ਮਾਰ ਲਓ। 12 ਘੰਟੇ ਕੰਮ ਕਰਨਾ ਸ਼ੁਰੂ ਕਰਤਾ, ਕੁਝ ਸੁਪਨੇ ਪੂਰੇ ਕਰੋਗੇ। 16 ਘੰਟੇ ਨੂੰ ਹੱਥ ਪੈ ਗਿਆ ਕਿ 16 ਘੰਟੇ ਕੰਮ ਕਰਦੇ ਪਿਓ ਟਕਾ ਕੇ, ਠੀਕ ਹੈ, ਫਿਰ ਤੁਹਾਡੇ ਹਰ ਸੁਪਨੇ ਪੂਰੇ ਹੋਈ ਜਾਣੇ। ਬਿਲਕੁਲ। ਹਰ ਸੁਪਨਾ ਜਿਹੜਾ ਵੀ ਦੇਖ ਲੋਗੇ ਉਹ ਪੂਰਾ ਹੋ ਜਾਣਾ, ਔਰ ਉਸ ਲੈਵਲ ਤੇ ਪਹੁੰਚ ਕੇ ਗੱਲ ਕਰਨ ਜੋਗੇ ਹੋ ਜਾਓਗੇ ਕਿ ਵੱਡੇ ਸੁਪਨੇ ਦੇਖੋ, ਸਾਰੇ ਸੁਪਨੇ ਪੂਰੇ ਹੁੰਦੇ ਆ। ਯੈਸ। ਜਦੋਂ ਤੁਸੀਂ ਇਹ ਗਿਆਨ ਦੇਣਾ ਹੈ ਕਿ ਵੱਡੇ ਸੁਪਨੇ ਦੇਖੋ ਪੂਰੇ ਹੁੰਦੇ ਆ, ਤੇ ਆਪ ਤੁਸੀਂ ਕੰਮ ਕਰਦੇ ਪਏ ਹੋ 4 ਘੰਟੇ। ਨਾਓ ਫਿਰ ਇੱਕ ਸਟੇਜ ਹੋਰ ਆਂਦੀ ਹੈ, ਜਦੋਂ ਕੰਸਿਸਟੈਂਟ 16 18 ਘੰਟੇ ਕੰਮ ਕੀਤਾ ਸਾਲਾਂ ਤੱਕ, ਯੈਸ। ਇੱਕ ਲੈਗੇਸੀ ਕ੍ਰੀਏਟ ਹੋਗੀ, then you come on to the back seat ਹਾਂ। as a investor। ਯੈਸ। ਕਿ ਇਹ ਹੁਣ ਬੱਚੇ ਵੱਡੇ ਹੋ ਗਏ, they are taking the legacy ahead, they are driving it now। ਹੁਣ ਮੈਂ ਸਿਰਫ ਕੰਮ ਨਹੀਂ ਕਰਨਾ, ਮੈਂ ਸਿਰਫ ਉਹਨਾਂ ਨੂੰ ਮੋਨੀਟਰ ਕਰਨਾ ਹੈ, ਔਰ ਮੈਂ ਆਪਣੇ ਫੰਡਸ ਨੂੰ ਮੈਨੇਜ ਕਰਨਾ ਹੈ ਕਿ ਮੈਂ ਕਿੱਥੇ ਇਨਵੈਸਟ ਕਰਾਂ, ਕਿਹੜੀਆਂ ਕੰਪਨੀਆਂ 'ਚ ਕਰਾਂ, ਕਿੱਥੋਂ ਐਗਜ਼ਿਟ ਲਵਾਂ। ਦੈਟ ਸਟੇਜ ਕਮ, ਦੈਟਸ ਅ ਅਲਟੀਮੇਟ ਸਟੇਜ। ਯੈਸ। ਔਰ ਲੋਕੀ ਗੋਲਫ ਖੇਡਦੇ, ਹਾਂ। ਗੋਲਫ ਖੇਡਣਾ ਇਜ਼ ਲਾਈਕ ਕਿਵੇਂ ਮੀਟਿੰਗਸ ਹੁੰਦੀਆਂ ਗੋਲਫ ਦੀ। ਯੈਸ। ਸੋ ਹਰ ਚੀਜ਼ ਦੀ ਇੱਕ ਸਟੇਜ ਹੈ। ਬਟ ਜੇ ਤੁਸੀਂ ਕਹੋ ਕਿ ਕਾਮਯਾਬ ਹੋਣਾ ਹੈ, ਯਾਰ ਕਾਮਯਾਬ 8 ਘੰਟੇ ਨਾ ਹੋ ਸਕਦੇ ਹੋ, ਦੇयर इज नो ਪ੍ਰੋਬਲਮ। ਹਰ ਕਿਸੇ ਦੀ ਕਾਮਯਾਬੀ ਦੀ ਵੀ ਆਪਣੀ ਡੈਫੀਨੇਸ਼ਨ ਹੈ। ਬਿਲਕੁਲ ਸਹੀ ਗੱਲ ਹੈ। ਰਾਈਟ। ਕਿੰਨੇ ਕੁ ਵੱਡੇ ਸੁਪਨੇ ਆ, ਔਰ ਅੰਦਰ ਫਾਇਰ ਕਿੰਨੀ ਹੈ, ਅੱਗ ਕਿੰਨੀ ਹੈ। ਡੂ ਯੂ ਹੈਵ ਅ ਵੈਲਿਡ ਰੀਜ਼ਨ ਟੂ ਵਿਨ? ਯੈਸ। ਤੁਹਾਡੀ ਵਾਈ ਕੀ ਹੈ, ਤੁਸੀਂ ਰੀਜ਼ਨ ਕਿਉਂ ਕਰ ਰਹੇ ਹੋ, ਵਾਈ ਕੀ ਹੈ ਨਾ। ਹਰ ਬੰਦਾ ਕਹਿੰਦਾ ਭਾਜੀ ਪੈਸੇ ਕਮਾਣੇ, ਹਰ ਬੰਦਾ ਕਹਿੰਦਾ ਪੈਸੇ ਕਮਾਣੇ। ਓਕੇ, ਉਹਨੂੰ ਪੁੱਛੋ ਨਾ ਕਿਉਂ ਪੈਸੇ ਕਮਾਣੇ, ਭਾਜੀ ਕਿਉਂ ਨਹੀਂ ਪੈਸੇ ਕਮਾਣੇ, ਤੁਸੀਂ ਕਿਉਂ ਪੈਸੇ ਕਮਾਏ? ਯਾਰ ਮੇਰੇ ਕੋਲ ਰੀਜ਼ਨ ਸੀ, ਮੈਨੂੰ ਘਰ ਦੀ ਗਰੀਬੀ ਮੁਕਾਣੀ ਹੈ। ਮੈਂ ਉਹ ਸਭ ਕੁਝ ਆਪਣੀ ਜ਼ਿੰਦਗੀ ਦੇਖਿਆ ਜਿਹੜਾ ਕਿਸੇ ਦੇ ਚਾਈਲਡਹੁੱਡ 'ਚ ਨਾ ਹੋਵੇ। ਹਾਂ। ਮੈਂ ਉਹ ਸਾਰੀਆਂ ਜ਼ਿੰਮੇਵਾਰੀਆਂ ਭੁਗਤਾਈਆਂ, ਨਿਭਾਈਆਂ, ਕਿ ਵੀ ਜਿਹੜੀਆਂ ਇੱਕ ਘਰ ਦਾ ਬਾਪ ਕਰਦਾ ਹੈ। ਹਾਂ। ਸੋ ਆਪਣੇ ਭੈਣ ਭਰਾਵਾਂ ਦੇ ਟੂਵਰਡਸ, ਆਪਣੇ ਦੋਸਤਾਂ ਦੇ ਟੂਵਰਡਸ, ਆਪਣੇ ਸਰਕਲ ਦੇ ਟੂਵਰਡਸ, ਐਵਰੀਵੇਅਰ। ਸੋ ਪੁਆਇੰਟ ਇਹ ਹੈ ਕਿ ਵੀ ਤੁਹਾਡੇ ਵਾਈ ਕਲੀਅਰ ਹੈ, ਤੁਹਾਡੇ ਅੰਦਰ ਜਿਹੜੀ ਕਿੱਕ ਹੈ ਨਾ, ਕਿੱਕ ਕਿੱਦਾਂ ਮਿਲਦੀ ਹੈ? ਵਰਡ ਆਇਆ ਜੀ ਮੋਟੀਵੇਸ਼ਨ। ਮੋਟੀਵੇਸ਼ਨ। ਤੁਹਾਨੂੰ ਦੱਸੋ ਭਾਈ, ਮੋਟੀਵੇਸ਼ਨ ਤੁਹਾਡਾ ਕੀ ਖਿਆਲ ਹੈ? ਬੁਲਸ਼ਿਟ ਹੈ ਵੀ। ਸਹੀ ਗੱਲ। ਭਰਾਵਾ ਸਵੇਰੇ ਉੱਠਣਾ ਹੈ, ਉੱਠ ਕੇ ਕੰਮ ਤੇ ਜਾਣਾ, ਕਰੀ ਮੋਟੀਵੇਸ਼ਨ। ਮੈਂ ਕਹਿੰਦਾ ਹੁੰਦਾ ਕਿ ਪਹਿਲਾਂ ਆਂਦਾ ਡਿਸਪਲਿਨ, ਕਿ ਡਿਸਪਲਿਨ ਉੱਠਣਾ, ਫਿਰ ਆਂਦੀ ਕੰਸਿਸਟੈਂਸੀ ਕਿ ਰੋਜ਼ ਉੱਠਣਾ, ਫਿਰ ਮੋਟੀਵੇਸ਼ਨ ਆਂਦੀ ਕਿਉਂਕਿ ਰਿਜ਼ਲਟ ਆ ਰਹੇ ਨੇ। ਕਿ ਮੋਟੀਵੇਸ਼ਨ ਆਣੀ ਉਦੋਂ ਹੈ ਜਦੋਂ ਰਿਜ਼ਲਟ ਆਏ। ਉਹ ਪਹਿਲਾਂ ਮੋਟੀਵੇਸ਼ਨ ਆ ਨਹੀਂ ਰਹੀ। ਇੱਕ ਲੈਵਲ ਤੇ ਪਹੁੰਚਣ ਤੱਕ ਕੋਈ ਮੋਟੀਵੇਸ਼ਨ ਨਹੀਂ ਚਾਹੀਦੀ, ਉਹ ਜ਼ਰੂਰਤ ਹੈ। ਉਹ ਡਿਸਪਲਿਨ ਕੰਸਿਸਟੈਂਸੀ ਕਰਨੀ ਪੈਣੀ ਹੈ। ਜੇ ਆਪਾਂ ਜਿਮ ਜਾਣਾ ਤੇ ਜਿਮ ਪਹਿਲਾਂ ਉੱਠਣਾ ਪੈਣਾ, ਜਿਮ ਜਾਣਾ ਪੈਣਾ। ਕੰਸਿਸਟੈਂਸੀ ਤੇ ਡਿਸਪਲਿਨ, ਜਦੋਂ weight ਘਟੇਗਾ ਤੇ ਮੋਟੀਵੇਸ਼ਨ ਆਪਣੇ ਆਪ ਆ, ਰਿਜ਼ਲਟ ਆਣਗੇ। ਕੰਸਿਸਟੈਂਸੀ ਐਂਡ ਡਿਸਪਲਿਨ ਦੋਵੇਂ ਚੀਜ਼ਾਂ ਇਕੱਠੀਆਂ ਹੈ। ਕੱਲੇ ਜਿਮ ਚਲ ਕੇ ਜਾ ਕੇ ਫੋਟੋਆਂ ਖਿੱਚ ਕੇ ਆ ਗਏ, ਨਹੀਂ ਉਹ ਨਹੀਂ ਹੋਣਾ। ਸਟੋਰੀਆਂ ਹੀ ਪਾਤੀਆਂ ਬਸ ਕਿ ਫਿਰ ਮੇਰੇ ਵਰਗੇ ਨੇ ਟੱਚ ਕੇ ਮਾਰਨੀ, ਜਾਇਜ਼ ਫਰਕ ਨਹੀਂ ਪਿਆ ਯਾਰ, ਅੱਛਾ ਪੈ ਗਿਆ। ਜਿੱਦਾਂ ਕਈ ਮੈਨੂੰ ਕਹਿੰਦੇ ਨੇ ਡੀਐਮ, ਮੇਰੇ ਮੋਸਟਲੀ ਤੁਹਾਨੂੰ ਵੀ ਆਉਂਦੇ ਹੋਣੇ ਆ ਬਥੇਰੇ, ਜੈਸ ਮੈਂ ਨਾ ਸਕਸੈਸਫੁਲ ਹੋਣਾ, ਕਿ ਮੈਨੂੰ ਕੁਝ ਦੱਸੇਗਾ, ਗਾਈਡ ਕਰੇਗਾ ਕਿ ਸਕਸੈਸਫੁਲ ਹੁੰਦੇ ਸੀ। ਮੈਂ ਕਿਹਾ ਜੇ 2-3 ਲਾਈਨਾਂ 'ਚ ਸਕਸੈਸਫੁਲ ਦਾ ਮੰਤਰਾ ਦੱਸ ਦਈਏ ਤੇ ਸਾਰੇ ਇੰਨੇ ਸਕਸੈਸਫੁਲ ਹੋਏ। ਇੰਨਾ ਸੌਖਾ ਨਹੀਂ, ਸਿੰਪਲ ਕੰਮ ਆ। 3 ਚੀਜ਼ਾਂ ਕਰੋ ਭਾਜੀ, ਡਿਸਪਲਿਨ, ਕੰਸਿਸਟੈਂਸੀ ਤੇ ਮੋਟੀਵੇਸ਼ਨ ਆਪਣੇ ਆਪ ਆਏਗੀ, ਕਿਉਂਕਿ ਰਿਜ਼ਲਟਸ ਆਣਗੇ। ਰਿਜ਼ਲਟ ਆਣਗੇ ਹੀ ਆਣਗੇ। ਨਹੀਂ ਭਾਜੀ ਇਹ ਤਾਂ ਬੜਾ ਜੈਨਰਿਕ ਤੁਸੀਂ ਆਨਸਰ ਦਿੱਤਾ। ਮੈਂ ਕਿਹਾ ਜੈਨਰਿਕ ਨਹੀਂ ਹੈਗਾ, ਇਹ ਰਿਐਲਿਟੀ ਹੈ। ਜੈਜ਼ ਮੈਂ ਬੜੇ ਚੰਗੇ ਤਰੀਕੇ ਨਾਲ ਜਾਣਨਾ ਤੁਹਾਨੂੰ, ਜਿੰਨਾ ਜਾਣਨਾ। ਅੱਧਾ ਤਾਂ ਤੁਸੀਂ ਨਹੀਂ ਜੀਣ ਜੋਗਾ ਛੱਡਦੇ ਕਿਸੇ ਨੂੰ। ਕਿਉਂ? ਤੁਹਾਡੀ ਫਰਾਰੀ ਦੇ ਉੱਤੇ ਪਿੱਛੇ ਲਿਖਿਆ ਹੈ ਕਿ ਵੀ ਡੂ ਯੂ ਵਾਂਟ ਟੂ ਨੋ ਵਾਟ ਆਈ ਡੂ ਫॉर ਦ ਲਿਵਿੰਗ, ਐਂਡ ਨਾਲ ਤੁਸੀਂ ਆਪਣਾ ਉਭਾਰ ਕੋਡ ਪਾਇਆ ਹੈ। ਤੋ ਮੇਰੇ ਵਰਗਾ ਗਰੀਬ ਆਦਮੀ ਜਦੋਂ ਫਰਾਰੀ ਜੈਜ਼ ਨੂੰ ਛੱਤ ਲਾ ਕੇ ਘੁੰਮਦੇ ਵੇਖਦਾ ਤੇ ਮੈਨੂੰ ਹੁੰਦਾ ਹੀ ਆ, ਤੇ ਮੈਂ ਹੀ ਸਵਾਲ ਪੁੱਛੂੰਗਾ। ਤੇ ਮੈਂ ਉਹਨੂੰ ਇਹ ਕਹਿੰਦਾ ਨਾ, ਭਰਾ ਜੇ ਮੈਂ ਕਰ ਸਕਦਾ, ਇੱਕ ਉੱਥੇ ਕੈਨੇਡਾ ਗਿਆ ਬੰਦਾ, ਵੇਟਰ ਦਾ ਕੰਮ ਕਰਦਾ ਸੀ, ਫਰਾਈ ਲੈ ਸਕਦਾ, ਤੂੰ ਵੀ ਲੈ ਸਕਦਾ। ਕਰੈਕਟ। ਪਰ ਮੈਨੂੰ 24 ਸਾਲ ਲੱਗੇ। ਕਿਸੇ ਨੇ ਕੁਐਸਚਨ ਪੁੱਛਿਆ ਕਿੰਨਾ ਟਾਈਮ ਲੱਗਾ ਤੈਨੂੰ? ਮੈਂ ਕਿਹਾ ਜਸਟ 24 ਇਅਰਸ। ਮੈਂ 19 ਸਾਲ ਦਾ ਸੀ ਜਦੋਂ ਕੰਮ ਕਰਨਾ ਸ਼ੁਰੂ ਕੀਤਾ। ਮੈਂ ਕਿਹਾ 25 ਸਾਲ ਲੱਗੇ, ਤੁਸੀਂ 10 ਸਾਲ ਤੇ ਕਰੋ। ਕਰੈਕਟ। 5 ਸਾਲ ਤੇ ਕਰੋ। ਬਿਗ ਬੈਨ ਤੇ ਨਾ ਮੈਂ ਉਹ ਲੈਤਾ ਹੋਟਲ, ਤੇ ਮੈਂ ਬੈੱਡ ਤੇ ਲੇਟ ਕੇ ਨਾ ਸਾਹਮਣੇ ਬਿਗ ਬੈਨ ਦੇਖ ਰਿਹਾ ਸੀ। ਮੇਰਾ ਫਰੈਂਡ ਆਇਆ, ਮੈਨੂੰ ਕਹਿੰਦਾ ਕੀ ਦੇਖ ਰਿਹਾ? ਮੈਂ ਦੇਖ ਰਿਹਾ ਉਹ ਸੜਕ ਤੇ ਬੱਚਾ ਖੜਾ ਔਰ ਐਸੇ ਬਿਗ ਬੈਨ ਨੂੰ ਦੇਖ ਕੇ ਰੋ ਰਿਹਾ। ਉਹ ਸੜਕ ਤੋਂ ਇਹ ਬੈੱਡ ਤੇ ਪਹੁੰਚਣ ਨੂੰ 22 ਸਾਲ ਲੱਗੇ। ਹਾਂ, ਆ 20 ਕਦਮਾਂ ਦੇ ਰਸਤੇ ਨੂੰ ਪੂਰਾ ਕਰਨ ਲਈ 22 ਸਾਲ ਲੱਗੇ। ਬਿਲਕੁਲ। It took me 22 years to get this overnight success. This is the overnight success. Overnight success ਆ ਗਈ। ਅੱਜ ਦੇ ਮੇਰੇ ਕੋਲ ਬੜੇ ਲੋਕ ਆਉਂਦੇ ਆ, ਸਵਾਲ ਪਤਾ ਕੀ ਪੁੱਛਦੇ? ਤੁਸੀਂ ਪੈਸੇ ਕਿੱਦਾਂ ਕਮਾਏ? ਯਾਰ ਮਿਹਨਤ ਕੀਤੀ, ਉਹਨੂੰ ਛੱਡੋ। ਹਾਂ ਬਿਲਕੁਲ, ਮਿਹਨਤ ਸਾਰੇ ਕਰਦੇ, ਤੁਸੀਂ ਪੈਸੇ ਕਿੱਦਾਂ ਕਮਾਏ? ਯਾਰ ਪੈਸੇ ਕਿੱਦਾਂ ਕਮਾਏ ਮਤਲਬ ਮਿਹਨਤ ਕਰਕੇ ਗਈ। Nobody will see what kind of compromises you have done. ਘਰੇ ਕਿਹੜੀ ਡੈਥ ਹੋਈ ਹੈ,
ਕਿਹੜਾ ਭੋਗ ਹੈ, ਬਿਲਕੁਲ ਤੁਸੀਂ ਉਹ ਰਿਚੁਅਲ ਪੂਰਾ ਕਰਕੇ ਨਾਲ ਹੀ ਆਪਣੇ ਕੰਮ ਤੇ ਜਾ ਰਹੇ ਹੋ। ਨੋਬਡੀ ਸੀ ਕਿ ਤੁਸੀਂ ਆਪਣੇ ਜਵਾਕਾਂ ਨੂੰ ਬੈੱਡ ਤੇ ਹੀ ਵੱਡੇ ਹੁੰਦੇ ਦੇਖਿਆ। ਹਾਂ ਕਿੰਨੀਆਂ ਰਾਤਾਂ ਤੁਸੀਂ ਬਾਹਰ ਗਏ ਹੋ, ਕਿੰਨੇ ਕਲੇਸ਼ਾਂ ਚੋਂ ਆਪਣੇ ਘਰ ਦੀ ਕੀ ਗੱਲਾਂ ਨਹੀਂ ਸੁਣੀਆਂ ਹੋਣੀਆਂ, ਬਿਲਕੁਲ ਕਿਹੜੀਆਂ ਚੀਜ਼ਾਂ ਚੋਂ ਤੁਸੀਂ ਨਿਕਲ ਕੇ ਆਏ ਹੋ। ਨੋਬਡੀ ਸੀਜ਼ ਇਟ। ਨੋ yes what matter is result, ਯੈਸ that is also a truth। so ठीक है कि भी satisfaction है, but हाँ when it comes to the youth हो है everything is possible। ਬਿਲਕੁਲ ਡਿਸਿਪਲ ਕੰਸਿਸਟੈਂਸੀ, ਇਹ ਦੋ ਚੀਜ਼ਾਂ ਚਾਹੀਦੀਆਂ। ਹੁਣ ਇਹਨੂੰ ਹੋਰ ਐਲੈਬੋਰੇਟ ਕਰ ਦੇਣਾ ਟੂ ਕਨਕਲੂਡ ਦਿਸ ਕਨਵਰਸੇਸ਼ਨ। ਘਰੇ ਨਾ ਬੈਠੋ, ਇੱਕ ਆਪਣਾ ਡਿਸਿਪਲਿਨ ਬਣਾ ਲਓ ਕਿ ਮੈਂ ਸਵੇਰੇ 8 ਵਜੇ ਉੱਠ ਕੇ ਘਰੋਂ ਨਿਕਲ ਜਾਣਾ। ਜਦੋਂ ਗੱਡੀ ਬਾਹਰ ਕੱਢ ਲੋਗੇ ਨਾ, ਨਿਕਲ ਜਾਓਗੇ ਘਰੋਂ, ਆਪੇ ਕੋਈ ਨਾ ਕੋਈ ਰਾਹ ਨਿਕਲ ਜਾਣਾ। ਹਾਂ ਵਿਹਲੇ ਨਹੀਂ ਤੁਸੀਂ ਘੁੰਮਦੇ। ਜੇ ਸਹੀ ਇੱਕ ਗੱਲ। ਦੋ ਦਿਨ ਘੁੰਮ ਵੀ ਲਿਆ ਤਾਂ ਤੀਜੇ ਦਿਨ ਆਪਣੇ ਆਪ ਜਿਹਨੇ ਕਰਨਾ ਕੁਝ ਕਰ ਹੀ ਲੈਣਾ। ਘਰੇ ਬੈਠੇ ਰਹੋਗੇ ਤਾਂ ਕੋਈ ਅਪੋਰਚੁਨਿਟੀ ਨਹੀਂ ਆਣੀ, ਘਰੋਂ ਬਾਹਰ ਨਿਕਲ ਕੇ ਅਪੋਰਚੁਨਿਟੀ ਆਣੀ। ਤੁਸੀਂ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਮੈਂ ਆਪਣੇ ਆਫਿਸ ਜਾਂਦਾ ਵਾਂ, ਚਾਹੇ ਮੇਰੀ ਅਪਾਇੰਟਮੈਂਟ ਹੈ ਕਲਾਇੰਟ ਨਾਲ ਨਹੀਂ ਹੈਗੀ, ਮੈਂ ਜਾਣਾ ਹੀ ਜਾਣਾ, ਮੈਂ ਡਰੈਸ ਅਪ ਹੋ ਕੇ ਜਾਣਾ। ਇਹ ਨਹੀਂ ਕਿ ਮੈਂ ਕੈਜੂਅਲੀ ਉੱਦਾਂ ਚਲਾ ਜਾਵਾਂ, ਨਹੀਂ। ਉਹ ਅਪਾਇੰਟਮੈਂਟਸ ਵੀ ਆਉਂਦੀਆਂ ਨੇ ਤੇ ਕਲਾਇੰਟਸ ਵੀ ਆਉਂਦੇ ਨੇ, ਡੀਲਸ ਵੀ ਹੁੰਦੀਆਂ ਨੇ। ਬਹੁਤ ਰੀਅਲੀ ਵਾਰ- ਪ੍ਰੋਸੈਸ ਹੈ ਕਿ ਚੱਲਦਾ ਰਹਿਣਾ। ਬਹੁਤ ਵਾਰ ਅੱਜ ਵੀ ਜੈਜ਼ ਇਦਾਂ ਹੁੰਦਾ ਹੈ ਕਿ ਸਾਲ 'ਚ ਮੈਂ ਕਹਾਂਗਾ 3-4 ਵਾਰ ਇਦਾਂ ਹੁੰਦਾ, ਕੋਈ ਕੰਮ ਨਹੀਂ, ਕੋਈ ਮੀਟਿੰਗ ਨਹੀਂ, ਕੋਈ ਅਪਾਇੰਟਮੈਂਟ ਨਹੀਂ, ਘਰੋਂ ਨਿਕਲ ਜੀਦਾ ਤੇ ਕੁਛ ਨਾ ਕੁਛ ਕਰਕੇ ਆਈਦਾ। 100% ਸੇਮ ਮੇਰਾ ਲਈ ਹੈ ਕਿ ਮੈਂ ਆਫਿਸ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜਾਏ ਉੱਥੇ ਬਹਿਣਾ ਹੀ ਬਹਿਣਾ, ਜਾਣਾ ਹੈ, ਕਰਨਾ ਹੈ ਕੰਮ, ਤੇ ਕੰਮ ਨਿਕਲਦਾ ਹੈ। ਕਦੀ ਇਹ ਨਹੀਂ ਹੋਇਆ ਵਿਹਲੇ ਬੈਠੇ ਯਾਰ ਅੱਜ ਕਰਾਂਗੇ ਕੀ, ਇੱਥੇ ਹੁਣ ਬਹਿ ਗਏ ਆ ਕੇ ਨਾ, ਕੰਮ ਨਿਕਲਦੇ ਨੇ। ਕੰਮ ਕਰੋ ਤਾਂ ਸਹੀ, ਕੰਮ ਨਿਕਲ ਜਾਣਾ। ਚਲੋ ਭਾਜੀ, ਹੁਣ ਆਪਾਂ ਗੱਲ ਕਰਦੇ ਹਾਂ ਜਿਹਦੇ ਕਰਕੇ ਮੈਂ ਕਰਨਾ ਚਾਹੁੰਦਾ ਸੀ ਕਿ ਭਰਾ ਦੀ ਸਕਸੈਸ ਤੇ ਦੇਖੀਏ, ਆਓ ਆਪਣੇ ਖੂਨ ਨੂੰ ਬਾਹਰ ਕੱਢੋ। ਆਪਾਂ ਗੱਲ ਕਰੀਏ ਹੁਣ ਰੀਅਲ ਸਟੇਟ ਦੀ। ਤੁਹਾਡੇ ਮਲਟੀਪਲ ਪ੍ਰੋਜੈਕਟਸ ਚੱਲ ਰਹੇ ਨੇ। ਜੇ ਮੈਂ ਸਪੈਸੀਫਿਕਲੀ ਪ੍ਰੋਜੈਕਟ ਦੀ ਇੱਕ ਦੀ ਗੱਲ ਕਰਾਂ, ਜਿਹੜੀ ਤੁਹਾਡੀ ਨਾ 1% ਜਿਹੜਾ ਫਲੈਗਸ਼ਿਪ ਪ੍ਰੋਜੈਕਟ ਹੈ ਸਾਡਾ ਓਪਸ 1। ਯੈਸ, ਓਪਸ 1, ਜਿਹੜਾ ਓਪਸ 1 ਹੈ ਨਿਊ ਚੰਡੀਗੜ੍ਹ 'ਚ ਹੈ, ਜਿੱਥੇ ਆਪਾਂ ਬੈਠੇ ਹਾਂ। ਸੋ ਇਹਦੇ ਬਾਰੇ ਦੱਸੋ ਸਾਨੂੰ ਪਹਿਲਾਂ। ਤਾਂ ਨਿਊ ਚੰਡੀਗੜ੍ਹ ਕੀ ਹੈ ਭਾਜੀ? ਕਈ ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ ਕਿ ਨਿਊ ਚੰਡੀਗੜ੍ਹ ਕੀ ਨਿਊ ਚੰਡੀਗੜ੍ਹ ਇਜ਼ ਦ ਐਕਸਟੈਂਡਡ ਸਿਟੀ ਆਫ ਦ ਚੰਡੀਗੜ੍ਹ, ਕਿਉਂਕਿ ਚੰਡੀਗੜ੍ਹ ਵੱਧ ਨਹੀਂ ਸਕਦਾ। ਠੀਕ ਹੈ। ਜੇ ਅਸੀਂ ਟਰਾਈ ਸਿਟੀ ਦੀ ਗੱਲ ਕਰ ਲਈਏ, ਮੋਹਾਲੀ, ਪੰਚਕੁਲਾ, ਜ਼ੀਰਕਪੁਰ ਐਂਡ ਨਿਊ ਚੰਡੀਗੜ੍ਹ। ਨਿਊ ਚੰਡੀਗੜ੍ਹ ਇਜ਼ ਦ ਓਨਲੀ ਸਿਟੀ ਵਿਚ ਇਜ਼ ਪਲੈਨਡ। ਜਦੋਂ ਇਹਨੂੰ ਪਲੈਨਿੰਗ ਕਰ ਰਹੇ ਸੀ, ਇਹਦੇ ਵਿੱਚ ਹਸਪੀਟਲਸ, ਗ੍ਰੀਨਲੈਂਡ, ਫੋਰੈਸਟਲੈਂਡ, ਐਜੂਕੇਸ਼ਨ ਹੱਬ, ਸਪੋਰਟਸ, ਹਰ ਚੀਜ਼ ਦਾ ਖਿਆਲ ਕੀਤਾ ਗਿਆ। ਓਕੇ। ਕਿੱਥੇ ਪਲਾਟਿੰਗ ਆਏਗੀ, ਕਿੱਥੇ ਹਾਈ ਰਾਈਜ਼ਸ ਆਣਗੀਆਂ, ਐਵਰੀਥਿੰਗ ਇਜ਼ ਪਲੈਨਡ ਇਨ ਦ ਟਰਾਈ ਸਿਟੀ। ਦਿਸ ਇਜ਼ ਦ ਪਲੇਸ ਟੂ ਲਿਵ। ਅੱਜ ਜੇਕਰ ਅਸੀਂ ਨਿਊ ਚੰਡੀਗੜ੍ਹ ਦੀ ਗੱਲ ਕਰੀਏ ਨਾ, ਹੂਜ਼ ਹੂ ਆਫ ਦ ਸਟੇਟ ਚੁੱਕ ਲਓ, ਸਾਰਿਆਂ ਦੇ ਫਾਰਮ ਹਾਊਸਿਸ ਇੱਥੇ ਹੋਣਗੇ। ਓਕੇ। ਮੋਸਟ ਪ੍ਰੋਮੀਨੈਂਟ ਡਿਵੈਲਪਰਸ ਉਹ ਇੱਥੇ ਬੈਠੇ ਹੋਏ ਹੈ। ਲਿਮਿਟਡ ਹੈ ਬਟ ਦ ਮੋਸਟ ਪ੍ਰੋਮੀਨੈਂਟ। ਜੇਕਰ ਇਹਨੂੰ ਅਸੀਂ ਕੰਪੇਅਰ ਕਰਾਂਗੇ ਮੋਹਾਲੀ ਨਾਲ, ਮੋਹਾਲੀ ਇਜ਼ ਵੈਰੀ ਫਾਸਟ, ਵੈਰੀ ਫਾਸਟ। ਮੋਹਾਲੀ ਇਜ਼ ਦ ਕਮਰਸ਼ੀਅਲ ਹੱਬ, ਠੀਕ ਹੈ। ਦਿਸ ਇਜ਼ ਦ ਰੈਜ਼ੀਡੈਂਸ਼ੀਅਲ ਹੱਬ। ਇਹ ਜਗ੍ਹਾ ਰਹਿਣ ਵਾਸਤੇ ਹੈ, ਜਿੱਥੇ ਤੁਸੀਂ ਨੇਚਰ ਦੇ ਵਿੱਚ ਰਹਿੰਦੇ ਹੋ, ਜਿੱਥੇ ਅੱਜ ਵੀ ਸ਼ਹਿਰ 'ਚ ਰਹਿ ਕਰਕੇ ਤੁਹਾਨੂੰ ਹਰ ਬੰਨੇ ਗ੍ਰੀਨਰੀ ਦਿਸਦੀ ਹੈ, ਜਿੱਥੇ ਰਹਿ ਕਰਕੇ ਤੁਹਾਨੂੰ ਸਾਹਮਣੇ ਪਹਾੜੀਆਂ ਦਿਸਦੀਆਂ। ਚੰਡੀਗੜ੍ਹ ਤੋਂ ਕਿੰਨੀ ਦੂਰ ਹੈ ਐਕਚੁਅਲ ਸਿਟੀ ਤੋਂ, ਕਿ ਇੱਥੋਂ ਡਰਾਈਵ ਕਰਕੇ 5 minutes ਤੁਹਾਡੀ ਜਿਹੜੀ ਲੋਕੇਸ਼ਨ ਹੈ ਓਪਸ 1 ਦੀ? ਓਪਸ 1 ਦੀ ਚੰਡੀਗੜ੍ਹ ਕਿਹੜੇ ਜਗ੍ਹਾ ਤੇ ਜਾਣਾ? ਜੇ ਤੇ ਚੰਡੀਗੜ੍ਹ ਬਾਰਡਰ ਤੇ ਜਾਣਾ ਇਸ 5 ਮਿੰਟਸ। ਬਾਰਡਰ ਤੇ ਮਤਲਬ ਕਿ 5 ਮਿੰਟਸ। ਅੱਛਾ 5 ਮਿੰਟਸ। ਸੋ ਬੇਸਿਕਲੀ ਐਡਜੋਇਨਿੰਗ 5 ਮਿੰਟਸ ਦੀ ਮੈਂ ਜ਼ਿਆਦਾ, ਇਟਸ ਔਨ ਦ ਬਾਰਡਰ। ਤੇ ਇੱਥੋਂ ਮੈਂ ਜੇ 에어ਪੋਰਟ ਜਾਣਾ ਹੈ ਤੇ ਚੰਡੀਗੜ੍ਹ 17 ਮਿੰਟਸ ਇਫ ਯੂ ਟੇਕ ਦ ਨਿਊ ਹਾਈਵੇ। ਅੱਛਾ, ਹਾਈਵੇ ਵੀ ਬਣ ਗਿਆ ਇੱਥੇ? ਜਿਹੜਾ ਹਾਂਜੀ ਜਿਹੜਾ ਨਵਾਂ ਹਾਈਵੇ ਬਣਿਆ, ਐਗਜ਼ੈਕਟ 17 ਮਿੰਟਸ। ਓਕੇ। ਜਿਹੜਾ ਇਹ ਨਵਾਂ ਇਹਨਾਂ ਨੇ ਐਕਸਪ੍ਰੈਸਵੇ ਸ਼ੁਰੂ ਕੀਤਾ, ਜਿੱਦਾਂ ਤੁਹਾਡੇ ਓਨਟਾਰੀਓ ਦੇ ਵਿੱਚ 407 ਹੈ। ਯੈਸ। ਇਹ ਨਵਾਂ ਐਕਸਪ੍ਰੈਸਵੇ। ਜੇ ਤੁਸੀਂ ਸ਼ਹਿਰ ਦੇ ਅੰਦਰੋਂ ਜਾਣਾ ਤੇ 1 ਆਵਰ, ਕਿਉਂਕਿ ਆਬਵੀਅਸਲੀ ਟ੍ਰੈਫਿਕ ਹੈ। ਰਾਈਟ, ਕਿਉਂਕਿ ਤੁਸੀਂ ਇੱਥੋਂ ਸਾਰਾ ਚੰਡੀਗੜ੍ਹ ਕੱਢ ਕੇ ਮੋਹਾਲੀ ਐਂਟਰ ਕਰੋਗੇ, ਮੋਹਾਲੀ ਤੋਂ ਫਿਰ ਤੁਸੀਂ ਵੈਸੇ ਆਪਾਂ ਕਿਲੋਮੀਟਰਸ ਤੇ ਕਾਊਂਟ ਕਰੀਏ ਰਫਲੀ ਅਪਰੋਕਸੀਮੇਟਲੀ ਕਿੰਨੇ ਕਿਲੋਮੀਟਰ? ਸੋ ਇਟਸ ਅਬਾਊਟ 19 ਕਿਲੋਮੀਟਰਸ। 19 ਕਿਲੋਮੀਟਰਸ ਹੈਗਾ ਇੱਥੋਂ ਤੋਂ। ਸੋ ਕਹਿਣ ਦਾ ਮਤਲਬ ਹੈ ਜੇ ਚੰਡੀਗੜ੍ਹ ਸਿਟੀ ਦਾ ਬਾਰਡਰ ਆਪਾਂ ਟੱਚ ਕਰਨਾ ਤਾਂ ਤੁਸੀਂ ਕਹਿੰਦੇ 5 ਮਿੰਟ 17 ਤੋਂ 20 ਮਿੰਟ ਲੱਗਣਗੇ ਗੱਡੀ ਤੇ 에어ਪੋਰਟ ਜਾਣ ਲਈ। ਇਸ ਜਗ੍ਹਾ ਤੋਂ ਤੁਸੀਂ ਕਿਤੇ ਵੀ ਜਾਣਾ ਹੈ 30 ਮਿੰਟਸ ਤੋਂ ਜ਼ਿਆਦਾ ਦਾ ਕਿਤੇ ਸਫ਼ਰ ਨਹੀਂ। ਸੋ ਆਪਾਂ ਕੌਨਫੀਡੈਂਟਲੀ ਇਹ ਗੱਲ ਕਰ ਸਕਦੇ ਕਿ ਇਸ ਅ ਸੈਂਟਰ ਆਫ ਨਿਊ ਚੰਡੀਗੜ੍ਹ ਜਿਹੜਾ ਲੋਕੇਸ਼ਨ ਹੈ, ਸੈਂਟਰ ਹੈ ਉਹਦਾ ਕੀ ਹੈ? ਦਿਸ ਇਜ਼ ਨਾਟ ਦ ਓਕੇ, ਦਿਸ ਇਜ਼ ਅ ਸੈਂਟਰ ਆਫ ਦ ਨਿਊ ਚੰਡੀਗੜ੍ਹ। ਇਹ ਨਿਊ ਚੰਡੀਗੜ੍ਹ ਦੇ ਹਾਰਟ ਦੇ ਵਿੱਚ ਹੈ, ਜੇ ਨਿਊ ਚੰਡੀਗੜ੍ਹ ਦੀ ਗੱਲ ਕਰੀਏ। ਠੀਕ ਹੈ। ਜੇ ਅਸੀਂ ਟਰਾਈ ਸਿਟੀ ਦੀ ਗੱਲ ਕਰੀਏ, ਇਟਸ ਨਾਟ ਅ ਹਾਰਟ, ਇਹ ਸਾਈਡ ਤੇ ਆ ਜਾਂਦਾ ਕਿਉਂਕਿ ਇਟਸ ਅ ਰੈਜ਼ੀਡੈਂਸ਼ੀਅਲ ਏਰੀਆ। ਪਰ ਲੋਕੇਸ਼ਨ ਵਾਈਜ਼ ਜੇ ਮੈਂ ਨਿਊ ਚੰਡੀਗੜ੍ਹ ਦੀ ਲੋਕੇਸ਼ਨ ਵਾਈਜ਼ ਰਹਿਣ ਵਾਸਤੇ ਇਜ਼ ਦ ਬੈਸਟ ਲੋਕੇਸ਼ਨ। ਹੁਣ ਤੁਸੀਂ ਭਾਜੀ ਜਦੋਂ ਕਹਿੰਦੇ ਰਹਿਣ ਵਾਸਤੇ ਬੈਸਟ ਲੋਕੇਸ਼ਨ ਹੈ, ਉਹਦਾ ਰੀਜ਼ਨ ਕੀ? ਕਨੈਕਟੀਵਿਟੀ ਵਾਈਜ਼ ਜੇ ਮੈਂ ਕਹਾਂ, ਮੈਂ ਸ਼ਾਪਿੰਗ ਜਾਂ ਗਰੋਸਰੀ ਸਟੋਰ ਵਗੈਰਾ ਕਿਤੇ ਕੁਝ ਵੀ ਕਰਨਾ ਹੈ ਯਾਰ, ਸਾਨੂੰ ਜੀਣ ਵਾਸਤੇ ਚਾਹੀਦਾ ਹੁੰਦਾ। ਚਲੋ ਗਰੋਸਰੀ ਇਹ ਜੀ ਉਹ ਜੀ, ਉਹ ਹਰ ਸੁਸਾਇਟੀ ਦੇ ਅੰਦਰ ਵੀ ਚੀਜ਼ਾਂ ਬਹੁਤ ਅਵੇਲੇਬਲ ਹੈ, ਹਰ ਜਗ੍ਹਾ ਹਰ ਸ਼ਹਿਰ ਦੇ ਵਿੱਚ ਗਰੋਸਰੀਜ਼ ਵਗੈਰਾ। ਦ ਮੇਜਰ ਇਸ ਤੁਹਾਨੂੰ ਚਾਹੀਦਾ ਹੁੰਦਾ ਸਪੋਰਟਸ ਕੰਪਲੈਕਸ।
ਠੀਕ ਹੈ। ਤੁਹਾਨੂੰ ਚਾਹੀਦਾ ਹੁੰਦਾ ਸਕੂਲਸ, ਯੈਸ ਕਾਲਜਸ, ਮੇਜਰ ਹਸਪੀਟਲਸ, ਯੈਸ ਇਹ ਸਾਰੇ 2 ਤੋਂ 5 ਮਿੰਟ ਦੀ ਦੂਰੀ ਤੇ ਓਕੇ ਇਸ ਸ਼ਹਿਰ ਦੇ ਵਿੱਚ। ਵੀ ਹੈਵ ਦ ਮੈਡੀਸਿਟੀ ਇਨ ਦ ਨਿਊ ਚੰਡੀਗੜ੍ਹ, ਵੀ ਹੈਵ ਪੀਜੀਆਈ ਦ ਕਲੋਜ਼ੈਸਟ ਵਨ, ਠੀਕ ਹੈ। then we have a international cricket stadium on our back. ਜਿਹੜਾ ਨਵਾਂ ਬਣਿਆ ਹਾਂਜੀ 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 ਸਾਹਮਣੇ hills is right in front of you. That's why it's we say ਕਿ ਅਸੀਂ nature ਦੀ ਗੋਦ 'ਚ ਬੈਠੇ ਹੋਏ ਆ, ਜਿੱਥੇ ਸਾਨੂੰ hills ਦਾ ਵੀ view ਆ ਰਿਹਾ, ਜਿੱਥੇ ਸਾਡੇ ਕੋਲ ਅੱਛੀ landscaping ਵੀ ਹੈ। ਸੋ ਇਸ ਪ੍ਰੋਜੈਕਟ 'ਚ ਸਪੈਸੀਫਿਕਲੀ ਕਿੰਨੇ ਅਪਾਰਟਮੈਂਟ ਆ ਰਹੇ ਨੇ? 688। ਅੱਛਾ, ਇੱਕ ਚੀਜ਼ ਮੈਂ ਦੇਖ, ਅਪਾਰਟਮੈਂਟ ਜਦੋਂ ਕਹਿੰਦੇ ਆ ਅਸੀਂ ਕੌਂਡੋ ਕਹਿੰਦੇ ਆ, ਉੱਥੇ ਜਿਹੜੇ ਵੁੱਡ ਫਰੇਮ ਹੁੰਦੀ ਹੈ, ਜਿਹੜੀ ਕੰਕਰੀਟ ਹੋਏਗੀ ਉਹਨੂੰ ਅਪਾਰਟਮੈਂਟ ਕਹਿੰਦੇ, ਪਰ ਇੱਥੇ ਤਾਂ ਅਪਾਰਟਮੈਂਟ ਹੀ ਕਹਿੰਦੇ। ਤੁਸੀਂ ਸਿੱਧਾ ਕਲੀਅਰ ਆ, ਪਰ ਕਨਸੈਪਟ ਬੜੇ ਵੱਡੇ ਨੇ ਯਾਰ। ਅਪਾਰਟਮੈਂਟ ਇੰਨੇ ਵੱਡੇ ਵੱਡੇ 3500 ਸਕੁਅਰ ਫੀਟ ਤੋਂ ਸਟਾਰਟ ਨੇ ਹਾਂਜੀ ਭਾਜੀ। ਅਸੀਂ ਤਾਂ 1100 ਸਕੁਅਰ ਫੀਟ, 1000 ਸਕੁਅਰ ਫੀਟ, ਅੱਜ ਕੱਲ੍ਹ ਤਾਂ 800 900 ਸਕੁਅਰ ਫੀਟ ਰਹਿ ਗਏ ਨੇ ਅਪਾਰਟਮੈਂਟ ਉੱਥੇ। ਇਹ ਕਨਸੈਪਟ ਕੀ ਇਹ ਤੁਸੀਂ ਲੈ ਕੇ ਆਏ ਕਿ ਇੰਡੀਆ 'ਚ ਨਾਰਮਲੀ ਇਹ ਕਨਸੈਪਟ ਚੱਲਦਾ ਕਿ 3500 4000 5000 ਸਕੁਅਰ ਫੀਟ ਦੇ? ਤੁਸੀਂ ਵਰਡ ਸ਼ੁਰੂ ਕੀਤਾ ਪੰਜਾਬੀ। ਪੰਜਾਬੀਆਂ ਦੇ ਨਾ ਸੁਭਾਅ ਬੜੇ ਖੁੱਲੇ, ਠੀਕ ਹੈ, ਔਰ ਉਹਨਾਂ ਨੂੰ ਸਭ ਕੁਝ ਖੁੱਲਾ ਔਰ ਅੱਛਾ ਚਾਹੀਦਾ। ਬਿਲਕੁਲ। ਯੈਸ, ਫੇਸਿਸ ਹੈ ਜ਼ਿੰਦਗੀ ਦੇ ਜਿਹੜੇ ਤੁਹਾਡੇ ਔਰ ਮੇਰੇ ਦੋਵਾਂ ਦੀ ਜ਼ਿੰਦਗੀ ਦਾ ਵੀ ਪਾਰਟ ਹੈ। ਜਦੋਂ ਅਸੀਂ ਇੱਥੋਂ ਬਾਹਰ ਜਾ ਕਰਕੇ ਆਪਣੀ ਜ਼ਿੰਦਗੀ ਦੀ ਸਟਰਗਲ ਸ਼ੁਰੂ ਕੀਤੀ ਸੀ, ਉਦੋਂ ਜਦੋਂ ਅਸੀਂ ਦੋਵੇਂ ਜਣੇ, ਤੁਸੀਂ ਵੀ ਐਜ਼ ਅ ਵੇਟਰ ਕੰਮ ਸ਼ੁਰੂ ਕੀਤਾ, ਮੈਂ ਵੀ ਐਜ਼ ਅ ਵੇਟਰ ਆਪਣਾ ਕਰੀਅਰ ਸ਼ੁਰੂ ਕੀਤਾ, ਉਦੋਂ ਸਾਡੇ ਦਿਮਾਗ 'ਚ ਵੱਡਾ ਛੋਟਾ ਨਹੀਂ ਸੀ, ਸਾਨੂੰ ਬਾਕਸ ਰੂਮ ਵੀ ਬਹੁਤ ਸੀ। ਹਾਂ, ਕੁਝ ਵੀ ਆ ਜਾਵੇ ਕਿਉਂਕਿ ਛੱਤ ਚਾਹੀਦੀ ਸੀ ਬਸ। ਇਹ ਹੁਣ ਗੱਲ ਕਰ ਰਹੇ ਹਾਂ ਅਸੀਂ ਫੈਮਿਲੀ ਲਿਵਿੰਗ ਦੀ। ਯੈਸ, ਫੈਮਿਲੀ ਲਿਵਿੰਗ ਮਤਲਬ ਯੂ ਆਰ ਸੈਟਲਡ। ਦੈਨ ਹਰ ਕਿਸੇ ਨੂੰ ਵਧੀਆ ਵਰਡ ਚਾਹੀਦਾ, ਹਾਂ, ਸਪੇਸ਼ੀਅਸ ਚਾਹੀਦਾ। ਔਰ ਜਦ ਵੈਨ ਇਟ ਕਮਸ ਟੂ ਵੈਨ ਯੂ ਆਰ ਸਕਸੈਸਫੁਲ, ਯੂ ਨੀਡ ਅ ਸਟੇਟਸ ਸਿੰਬਲ ਕਿ ਯਾਰ ਮੈਨੂੰ ਐਡਰੈਸ ਉਹ ਚਾਹੀਦਾ ਕਿ ਕਿਸੇ ਨੂੰ ਸਿਰਫ ਇਹ ਦੱਸਾਂ ਕਿ ਮੈਂ ਯਾਰ ਓਪਸ 1 ਰਹਿਣਾ, ਤੇ ਅਗਲਾ ਬੰਦੇ ਦੀ ਅੱਛਾ ਯੂ ਹੈਵ ਅ ਹਾਊਸ ਇਨ ਓਪਸ 1, ਵੈਰੀ ਨਾਈਸ। ਉਹ ਕਦੀ ਛੋਟਾ ਨਹੀਂ ਹੋ ਸਕਦਾ ਤੁਹਾਡੇ ਕੋਲ। ਵੈਨ ਆਈ ਵਾਜ਼ ਡਿਜ਼ਾਈਨਿੰਗ ਇਟ, ਸੋ ਮੈਂ ਜਦੋਂ ਟੀਮਸ ਦੇ ਨਾਲ ਬੈਠ ਰਿਹਾ ਸੀ, ਮਲਟੀਪਲ ਆਰਕੀਟੈਕਟਸ, ਸੋ ਇੱਕ ਚੀਜ਼ ਬਹੁਤ ਕਲੀਅਰ ਸੀ, ਕਿਉਂਕਿ ਜਦੋਂ ਮੈਂ DLF ਗੁੜਗਾਉਂ ਦੇ ਵਿੱਚ, ਬਹੁਤ ਮਸ਼ਹੂਰ ਹੈ ਕਮੀਲੀਆਸ, ਰਾਈਟ, ਹਰ ਬੰਦਾ ਨਾਮ ਲੈਂਦਾ, ਹਰ ਬੰਦਾ ਨਾਮ ਲੈਂਦਾ, ਹਾਂ ਵੀ ਸੁਣਿਆ, ਦੇ ਆਰ ਸੁਪਰ 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 ਸਕਸੈਸਫੁਲ ਯੈਸ, ਅਕ੍ਰੋਸ ਇੰਡੀਆ। ਮੈਂ ਨਾ ਇੱਕ ਫੰਕਸ਼ਨ ਤੇ ਗਿਆ ਉੱਥੇ, ਤੇ ਕਹਿੰਦੇ ਜੀ ਘਰੇ ਪਾਰਟੀ ਰੱਖੀ ਹੈ ਦੀਵਾਲੀ ਦੀ, ਮਤਲਬ ਸ਼ਿਖਰ ਦੇ ਘਰੇ ਪਾਰਟੀ ਸੀਗੀ। ਅੱਛਾ, ਅਸੀਂ ਜੀ ਉੱਥੇ ਗਏ, ਉਹਨਾਂ ਨੇ ਘਰੇ ਹੀ ਪਾਰਟੀ ਰੱਖੀ ਹੋਈ, ਮੇਰੇ ਕੋਲ 50-60 ਬੰਦੇ ਹੋਣਗੇ। ਯੂ ਵੋਂਟ ਬਿਲੀਵ, ਜਿਹੜੀ ਬਾਲਕਨੀ ਸੀ ਨਾ, ਬਾਲਕਨੀ ਤੇ ਹੀ ਬਾਰ ਲੱਗੀ ਹੋਈ ਸੀ, ਐਂਡ ਉੱਥੇ ਹੀ ਲੋਕੀ ਇੰਜੋਏ ਕਰ ਰਹੇ ਸੀ ਆਰਾਮ ਨਾਲ। ਯਾਰ ਇਹ ਕਨਸੈਪਟ ਚਾਹੀਦਾ ਹੈ, ਦਿਸ ਹੈਜ਼ ਟੂ ਬੀ ਦਾ ਕਨਸੈਪਟ। ਜਿਹੜੀ ਅਸੀਂ ਬਾਲਕਨੀ ਦਾ ਵੇ ਵੀ ਡਿਜ਼ਾਈਨਡ ਇਟ, 40-50 ਬੰਦੇ ਦੀ ਪਾਰਟੀ ਦੀ ਬਾਲਕਨੀ 'ਚ ਕਰ ਦੋਗੇ, ਐਡੀ ਕੁ ਜ਼ਿਆਦਾ ਸਪੇਸ਼ੀਅਸ ਹੈ। ਅੱਛਾ, ਜੇ 5 ਬੈਡਰੂਮ ਦੀ ਗੱਲ ਕਰੀਏ ਤਾਂ ਭਾਈ 2 ਕਨਾਲ ਦੀ ਕੋਠੀ ਦਾ ਇੰਨਾ ਮੱਥਾ ਨਹੀਂ ਹੋਣਾ ਜਿੰਨਾ ਤੁਹਾਡੇ ਅਪਾਰਟਮੈਂਟ ਦਾ। ਸੋ ਐਵਰੀਥਿੰਗ ਇਜ਼ ਡਿਜ਼ਾਈਨਡ ਇਨ ਸੱਚ ਅ ਵੇ ਕਿ ਇਟਸ ਅ ਸਟੇਟਸ ਸਿੰਬਲ, ਜਿਹੜਾ ਸ਼ੋਅ ਨਥਿੰਗ ਲੈਸ ਦੈਨ ਜਿਹੜਾ ਤੁਸੀਂ ਸ਼ੋਅ ਹੋਮ ਬਣਾਇਆ ਹੈ, ਉਹ ਕਿੰਨੇ ਸਕੁਅਰ ਫੀਟ ਦਾ? ਤੇ ਦੈਟ ਇਜ਼ ਫॉर 5000 ਸਕੁਅਰ ਫੀਟ। ਉਹਦੀ ਬਾਲਕਨੀ ਬੜੀ ਵੱਡੀ ਹੈ। ਕਰੈਕਟ, ਉਹੀ ਤਾਂ ਕਹਿ ਰਿਹਾ ਨਾ ਜੀ ਕਿ 2 ਕਨਾਲ ਦੇ ਘਰ ਨਾਲੋਂ ਵੱਡੀ ਉਹ ਬਾਲਕਨੀ। ਮੈਂ ਦੇਖ ਰਿਹਾ ਸੀ ਉਹਦੇ, ਤੁਸੀਂ ਡੋਰਸ ਖੋਲ ਦੋ ਹਾਂਜੀ, ਸੈਂਟਰ ਤੇ ਤਾਂ ਪੂਰਾ the ਅਪਾਰਟਮੈਂਟ। moment you enter the house you see you have the hills view। ਤੁਹਾਡਾ ਜਿਹੜਾ ਲਿਵਿੰਗ ਰੂਮ ਬਣਾਇਆ ਇਸ ਤਰੀਕੇ ਦਾ ਬਣਾਇਆ ਕਿ ਯਾਰ ਮਤਲਬ ਮੇਰੀ ਅੱਖਾਂ ਨੂੰ ਸ਼ਾਂਤੀ ਮਿਲਣੀ ਚਾਹੀਦੀ ਹੈ, ਕਿਉਂਕਿ ਘਰ ਕੀ ਹੈ? ਸਕੂਨ। ਮੇਰੇ ਘਰ ਦਾ ਨਾਮ ਸਕੂਨ ਹੈ। ਤਾਂ when I was designing it is like every corner must give me a ਸਕੂਨ। ਓਕੇ, ਕਿਉਂਕਿ ਜਦੋਂ ਘਰੇ ਸਕੂਨ ਹੈ ਨਾ, ਫਿਰ ਤੁਸੀਂ ਦੁਨੀਆ ਜਿੱਤ ਸਕਦੇ ਹੋ। ਤਾਂ ਇਹ ਜਦੋਂ ਤੁਸੀਂ ਕਿਸੇ ਨੂੰ ਘਰ ਬਣਾ ਕੇ ਦੇ ਰਹੇ ਹੋ, ਉਹਦੇ ਵਿੱਚ ਉਹ ਇਮੋਸ਼ਨਸ ਆਰ ਵੈਰੀ ਇੰਪੋਰਟੈਂਟ। ਯੂ ਆਰ ਨਾਟ ਸੈਲਿੰਗ ਦਾ ਹੋਮ, ਯੂ ਆਰ ਨਾਟ ਸੈਲਿੰਗ ਦਾ ਅਪਾਰਟਮੈਂਟ। It's not about square footage, it's about your requirement. ਯੈਸ, That's why you have a small family, we have 3 bedroom, 4 bedroom, 5 bedroom, duplex and penthouses. ਓਕੇ। ਸੋ ਹਰ ਕਿਸੇ ਦਾ ਆਪਣਾ ਕ੍ਰਾਈਟੇਰੀਆ ਹੈ। ਸੋ ਜਿਹੜਾ ਸਾਡਾ 4 bedroom, 5 bedroom, penthouses, it's like ਮੈਂ ਜਦੋਂ ਲਾਸਟ ਆਸਟ੍ਰੇਲੀਆ ਗਿਆ ਸੀਗਾ, ਇਨ ਕੈਨੇਡਾ ਗਿਆ ਸੀਗਾ, it was like phenomenal response ਕਿ ਯਾਰ ਸਾਨੂੰ ਚਾਹੀਦਾ ਹੈ, ਹਾਂ, ਕਿਉਂਕਿ they want big। ਉਹ ਮੈਨੂੰ ਕਨਸੈਪਟ ਸਮਝ ਹੈ, ਕਿਉਂਕਿ ਉੱਥੇ ਜੇ ਅਸੀਂ ਘਰ ਦੀ ਵੀ ਗੱਲ ਕਰ ਲਈਏ ਨਾ, ਜੇ ਅੱਜ ਮੈਂ ਤੁਹਾਡੇ ਘਰ ਵੀ ਆਇਆ, ਤੁਹਾਡੇ ਘਰ ਨਾਲੋਂ ਜ਼ਿਆਦਾ ਸਪੇਸ਼ੀਅਸ ਹੈ 5 bedroom ਹਾਊਸ। ਹਾਂ ਮੈਂ ਦੇਖਿਆ ਹੈ। ਮੈਂ ਗੱਲ ਕਰ ਰਿਹਾ ਸੀ ਯਾਰ, ਸਾਡੇ ਉੱਥੇ ਘਰ ਬੰਦਾ ਹੈ, ਮੇਰੇ ਘਰ ਦੀ ਸਕੁਅਰ ਫੁਟੇਜ ਹੋਏਗੀ 6065। Correct। ਸੋ ਅਪਾਰਟਮੈਂਟ ਮਿਲਦੇ ਪਏ ਨੇ ਇੰਨੇ ਸਕੁਅਰ ਫੁਟ ਦੇ। Yes. And plus the facilities you get. ਯੈਸ, We have all day dining. Then we have a poker room. ਸੌਰੀ, ਆਲ ਡੇ ਡਾਈਨਿੰਗ ਮੀਨਸ ਕੀ? ਸਾਰਾ ਦਿਨ restaurant. ਸਾਰਾ ਦਿਨ 24 ਘੰਟੇ? ਹਾਂਜੀ। The restaurant, right? Then we have a poker room.
ਕਿਉਂਕਿ ਕਈਆਂ ਨੂੰ ਕਾਰਡਸ ਦਾ ਸ਼ੌਂਕ ਹੁੰਦਾ ਰਾਈਟ ਦੈਨ ਵੀ ਹੈਵ ਅ ਬੋਲਿੰਗ ਐਲੇ ਆਲ ਇਟਡ ਆਲ ਵੈਦਰ ਸਵਿਮਿੰਗ ਪੂਲ ਮਸਾਜ ਫੁੱਲ ਜਿਮ ਵਿਦ ਅ ਕੰਪਲੀਟ ਬਾਕਸਿੰਗ ਰਿੰਗ ਓਕੇ ਤਾਂ ਉਹ ਤੋਂ ਤੁਸੀਂ ਇਮੇਜਿਨ ਕਰ ਸਕਦੇ ਹੋ ਐਂਡ ਦ ਸਪਾ ਇਜ਼ ਅ ਮਲਟੀਪਲ ਸਪਾਸ ਮਤਲਬ ਇਸ ਤਰੀਕੇ ਨਾਲ ਮੈਂ ਡਿਜ਼ਾਈਨ ਕੀਤਾ ਕਿ ਨੋ ਮੈਟਰ ਕਿਹੜੇ ਹੋਟਲ 'ਚ ਜਾਓਗੇ ਕੋਈ ਨਾ ਕੋਈ ਚੀਜ਼ ਤੁਹਾਡੇ ਕੋਲ ਨੁਕਸੋ ਹੋਟਲ 'ਚ ਕੱਢਣ ਨੂੰ ਹੋਗੀ ਕਿ ਇਹ ਤੋਂ ਵਧੀਆ ਤਾਂ ਮੇਰੇ ਘਰ 'ਚ ਹੈ ਇਹ ਸਾਰਾ ਕੁਝ ਇਨ ਹਾਊਸ ਹੈ ਉਹਦੇ 'ਚ correct that's a facilities which we have created emergency for example jazz you are living in Canada ਤੁਸੀਂ ਆਪਣੇ ਘਰ ਦੇ ਨੂੰ ਉੱਥੇ ਇੱਕ ਅਪਾਰਟਮੈਂਟ ਲੈ ਕੇ ਦਿੱਤਾ you are sitting there ਅੰਕਲ ਨੂੰ ਆਂਟੀ ਨੂੰ ਰਾਤ ਨੂੰ ਕੋਈ ਐਮਰਜੈਂਸੀ ਆ ਗਈ ਜਾਂ ਉਹ ਇਕੱਲੇ ਹੈ ਸੁੱਤੇ ਹੈ they are not able to call somebody ਉਸ ਟਾਈਮ ਤੇ ਜਦੋਂ ਕੁਝ ਐਮਰਜੈਂਸੀ ਹੁੰਦੀ ਹੈ ਨਾ ਤਾਂ ਉਂਗਲ ਹੀ ਵੱਜ ਸਕਦੀ ਹੈ ਤੋਂ ਜ਼ਿਆਦਾ ਟਾਈਮ ਹੀ ਨਹੀਂ ਮਿਲਦਾ ਠੀਕ ਹੈ we gave the emergency switch at your place in your bedroom which is connected to our 24/7 emergency center ਕਿ ਅੱਧੀ ਰਾਤ ਨੂੰ ਕੋਈ ਹੈ ਉਹਨੂੰ ਦਬਾਣਾ the medical support will come at your place so you don't need to worry ਕਿਉਂਕਿ ਬੰਦੇ ਨੂੰ ਫਰਸਟ ਏਡ ਮਿਲ ਜੇ ਹਸਪੀਟਲ ਪਹੁੰਚ ਜੇ ਟਾਈਮ ਸਿਰ ਰਾਈਟ that is a requirement ਤੁਸੀਂ ਚੰਗੇ ਅਪਾਰਟਮੈਂਟ ਰਹਿ ਰਹੇ ਹੋ ਕਿਸੇ ਵੇਲੇ ਰਾਤ ਨੂੰ ਡਰਾਈਵਰ ਆਉਣ ਨੂੰ ਟਾਈਮ ਲੱਗ ਜਾਂਦਾ ਟੈਕਸੀ ਆਉਣ ਨੂੰ ਟਾਈਮ ਲੱਗ ਜਾਂਦਾ then what you will do so these are the very small things no but it's very important correct ਕਿਉਂਕਿ these are the things which people missed many a times ਦੇ ਕਈ ਐਨਆਰਆਈ ਜਿਹੜੇ ਹੈਗੇ ਨੇ ਉਹਨਾਂ ਦੇ ਮੇਨ ਕੰਸਰਨ ਹੀ ਹੁੰਦਾ ਕਿ ਯਾਰ Correct. ਕੋਠੀਆਂ ਹੈਗੀਆਂ ਨੇ ਪਰ ਸਿਕਿਉਰਿਟੀ ਨਹੀਂ ਹੈਗੀ absolutely ਕਿ ਖਾਲੀ ਵੀ ਪਈਆਂ so now actually NRIs have started moving to the bigger houses bigger apartments ਮੈਨੂੰ ਅਪਾਰਟਮੈਂਟਸ ਬੰਗਲੋ ਹੀ ਕਹੂੰਗਾ ਕਿ ਵੀ that they have started moving it because of the security ਉਹ ਕਹਿੰਦੇ ਸਾਲ ਚ 2 ਵਾਰ ਆਣਾ 4 ਵਾਰ ਆਣਾ ਹਾਂ and we want a secured atmosphere but a status symbol at the same time ਸੇਮ ਟਾਈਮ ਹੋ ਗਿਆ ਲਗਜ਼ਰੀ ਜਿਹੜੀ ਹੈਗੀ ਮੈਂ ਤੁਹਾਡੇ ਦੇਖੀ ਜਿਹੜੀ ਫਿਨਿਸ਼ਿੰਗਸ ਨੇ ਸਾਰੇ ਅਪਾਰਟਮੈਂਟਸ ਦੀ ਸੇਮ ਹੀ ਫਿਨਿਸ਼ਿੰਗ ਹੋਏਗੀ ਜਿਹੜੀ ਤੁਸੀਂ ਆਲਰੇਡੀ ਦਿੰਦੇ ਪਏ ਹੋ what we have done is like for example 5 bedroom ਦਾ we have hired one architect right ਠੀਕ ਹੈ then ਜਿਨ੍ਹਾਂ ਨੇ sample flat ਬਣਾਇਆ ਹੁਣ ਉਹਦਾ ਇੱਕ ਡਿਜ਼ਾਈਨ ਫਾਈਨਲ ਹੋ ਗਿਆ ਕਿ this is the look and feel and this is how it's going to be then 3 bedroom 4 bedroom what we are doing is we are creating the different design concept ਕਿਉਂਕਿ ਇਹ impossible ਹੈ ਕਿ ਵੀ 688 ਦੇ 688 ਨੂੰ ਸੇਮ ਕਨਸੈਪਟ ਚੰਗਾ ਲੱਗੇ ਕਿਸੇ ਨੂੰ ਲਾਈਟ ਕਲਰਸ ਚਾਹੀਦੇ ਆ ਕਿਸੇ ਨੂੰ ਲਾਊਡ ਚਾਹੀਦਾ ਹੈ ਕਿਸੇ ਨੂੰ ਥੋੜਾ ਜਿਹਾ ਮਿਕਸ ਆਫ ਟ੍ਰੈਡੀਸ਼ਨਲ ਐਂਡ ਕੰਟੈਂਪਰੇਰੀ ਚਾਹੀਦਾ ਹੈ ਠੀਕ ਹੈ ਨਾ ਸੋ ਐਵਰੀਬਾਡੀ ਹੈਜ਼ ਅ ਡਿਫਰੈਂਟ ਟੇਸਟ ਰਾਈਟ ਸੋ ਤੁਸੀਂ ਕਰ ਸਕਦੇ ਹੋ ਤੁਸੀਂ ਕਸਟਮ ਵੀ ਕਰ ਸਕਦੇ ਕਿਸੇ ਦੀ ਚੋਇਸਸ yeah we can do it ਅੱਛਾ ਉਹ ਤੁਸੀਂ we'll give you the options whatever the design you choose we will go according to it ਅਕੋਰਡਿੰਗ ਟੂ ਦੈਟ ਵਨ ਵਿਚ ਇਜ਼ ਗੁੱਡ ਹੁਣ ਭਾਜੀ ਆਪਾਂ ਗੱਲ ਕਰੀਏ ਐਕਚੁਅਲ ਨੰਬਰਸ ਦੀ ਜੋ ਮੇਰਾ ਫੇਵਰਿਟ ਟੌਪਿਕ ਆ oh yeah come ਠੀਕ ਹੈ ਕਿ ਵੀ ਰੀਅਲ ਸਟੇਟ ਇੱਕ ਰੀਜ਼ਨ ਕਿਉਂ ਆ ਮੈਂ ਪਸੰਦ ਕਰਦਾ ਰੀਅਲ ਹੈ yeah ਤੁਸੀਂ ਟੱਚ ਕਰਕੇ 100% real you can feel it ਟੱਚ ਇਟ ਐਂਡ ਫੀਲ ਇਟ ਸੈਕੰਡ ਰੀਜ਼ਨ ਆ ਗਰੋਥ Growth. ਰਿਟਰਨ ਔਨ ਇਨਵੈਸਟਮੈਂਟ ਕੀ ਹਰ ਇਨਵੈਸਟਰ ਦੀ ਇੱਕੋ ਗੱਲ ਹੁੰਦੀ ROI ਕੀ ਹੈ ਭਰਾ ROI ਕੀ ਹੈ ਹੁਣ ਆਪਾਂ ਇਹ ਸਪੈਸੀਫਿਕ ਦੀ ਕਰੀਏ ਗੱਲ ਪ੍ਰੋਜੈਕਟ ਦੀ ਆਪਾਂ ਬਾਅਦ ਚ ਆਵਾਂਗੇ ਫੇਸਿੰਗ ਕੀ ਵੀ ਸੈਕੰਡ ਫੇਸ ਚ ਆਵਾਂਗੇ ਕਿ ਵੀ ਜਿਹੜੀ ਤੁਸੀਂ ਆਫਰਸ ਨੇ ਜਾਂ 1% ਆਪਾਂ ਪਹਿਲਾਂ ਇੱਕ ਸੈਂਪਲ ਲੈ ਕੇ ਚੱਲਦੇ ਹਾਂ ਤੁਹਾਡਾ 3500 ਸਕੁਅਰ ਫੀਟ ਦਾ ਅਪਾਰਟਮੈਂਟ ਹੈਗਾ ਉਹਦੀ ਕੀ ਪ੍ਰਾਈਸ ਬਦਰ ਹੈਗੀ ਤੇ ਕੀ ਐਕਸਪੈਕਟੇਸ਼ਨਸ ਨੇ ਕਿ ਅੱਜ ਪ੍ਰੀ ਸੇਲ ਆਪਾਂ ਕਿਉਂਕਿ ਮੈਂ ਪ੍ਰੀ ਸੇਲ ਤਾਂ ਨਾ ਜਿਹੜੀ ਕੈਨੇਡੀਅਨ ਵਿਊਅਰਸ ਨੇ ਅਸੀਂ ਉਹਨਾਂ ਨੂੰ ਪ੍ਰੀ ਸੇਲ ਕਹਿੰਦੇ ਹਾਂ ਜਿਹੜੇ ਤੁਸੀਂ ਇਸ ਵੇਲੇ ਚੱਲ ਰਿਹਾ ਕਿ ਵੀ ਹਾਲੇ ਕੰਪਲੀਸ਼ਨ ਨਹੀਂ ਹੋਈ ਹੈ ਅੱਛਾ ਉਸ ਤੋਂ ਪਹਿਲਾਂ ਵੇਚ ਬਟ ਸਾਡੇ ਇੱਥੇ ਕਨਸੈਪਟ ਨਹੀਂ ਹੈ ਪ੍ਰੀ ਸੇਲ ਦਾ ਸਾਡੇ ਵਾਸਤੇ ਕਿ ਵਾਂਸ ਯੂ ਆਰ ਰੇਰਾ ਅਪਰੂਵਡ ਯੂ ਆਰ ਅਲਾਉਡ ਟੂ ਸੈਲ ਰਾਈਟ ਅੱਛਾ ਕਿਉਂਕਿ ਜਿਵੇਂ ਤੁਹਾਡੇ ਉੱਥੇ ਟਰਸਟ ਅਕਾਊਂਟ ਖੁੱਲਦਾ ਸਾਡੇ ਇੱਥੇ ਰੇਰਾ ਅਕਾਊਂਟ ਖੁੱਲਦਾ ਹੈ ਰਾਈਟ ਸੋ ਇਹਦੇ ਵਿੱਚ ਹੈ ਕਿ ਵੀ ਇਟਸ ਹਾਈਲੀ ਰੈਗੂਲੇਟਡ ਐਂਡ ਇਹਦੇ ਵਿੱਚ ਹੈ ਕਿ ਵੀ ਜਿੰਨੇ ਪੈਸੇ ਸਾਡੇ ਕੋਲ ਆਉਂਦੇ ਆ ਉਹਦੀ ਉਹਨਾਂ ਨੇ ਪਰਸੈਂਟੇਜ ਲਗਾਈ ਹੈ ਕਿ 30% ਯੂ ਕੈਨ ਯੂਜ਼ ਇਟ ਫॉर ਅਦਰ ਥਿੰਗ 70% you have to use related to the project. Okay, ਥੋੜਾ ਇਹ ਸਮਝਾਓ ਰੇਰਾ ਕੀ ਹੈ ਰੇਰਾ ਇੱਕ ਕੀ It's a real estate regulatory authority okay who regulate supported by the government correct ਹਰ ਸਟੇਟ ਦਾ ਆਪਣਾ ਆਪਣਾ ਰੇਰਾ ਹੈ ਜਦ ਤੱਕ ਤੁਹਾਡੇ ਕੋਲ ਰੇਰਾ ਨੰਬਰ ਨਹੀਂ ਹੈ ਤੁਸੀਂ ਕੋਈ ਵੀ ਇੰਚ ਨਹੀਂ ਵੇਚ ਸਕਦੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਰੇਰਾ ਨੰਬਰ ਆ ਜਾਂਦਾ then only you are authorized for selling your product right and it's a regulatory authority right ਜਿਹੜੀ ਰੈਗੂਲੇਟ ਕਰਦੀ ਹੈ ਪੂਰੀ ਦੀ ਪੂਰੀ ਰੀਅਲ ਏਸਟੇਟ ਇੰਡਸਟਰੀ ਨੂੰ ਸੋ ਵਿਚ ਮੀਨਸ ਦੈਟ ਯੋਰ ਮਨੀ ਇਜ਼ ਸੇਫ ਰਾਈਟ ਸੋ ਅੱਜ ਤੁਸੀਂ ਕਿਤੇ ਵੀ ਇਨਵੈਸਟ ਕਰਦੇ ਹੋ ਤੁਸੀਂ ROI ਵਰਡ ਯੂਜ਼ ਕੀਤਾ ਰਾਈਟ ਸੋ ਮੈਂ ਇਹਨੂੰ ਬੜੇ ਸਿੰਪਲ ਉਹਦੇ ਵਿੱਚ ਕਹਾਂਗਾ ਰਾਦਰ ਦੈਨ 3 bedroom 4 bedroom 5 bedroom ਆਪਾਂ ਟੋਟਲ ਰੀਅਲ ਏਸਟੇਟ ਇੰਡਸਟਰੀ ਪੂਰੇ ਇੰਡੀਆ ਦੀ ਪੰਜਾਬ ਦੀ ਟਰਾਈ ਸਿਟੀ ਦੀ ਸਟੈਟਿਸਟਿਕਸ ਕਰ ਲਈਏ ਪਿਛਲੇ 5 ਸਾਲ ਦੇ ਠੀਕ ਹੈ post COVID 2021 till 2025
ਮਾੜੇ ਤੋਂ ਮਾੜੇ ਪ੍ਰੋਜੈਕਟ ਦੀ, ਮਾੜੇ ਤੋਂ ਮਾੜੇ ਮਤਲਬ ਵਰਸਟ ਪ੍ਰੋਜੈਕਟ ਹੈ, 10% ਐਪਰੀਸ਼ੀਏਟ ਹੋਈ ਹੋਊਗੀ ਈਅਰ ਔਨ ਈਅਰ। ਐਵਰੀ ਈਅਰ ਹੋਰ ਵਰਸ ਕਰਨਾ 8 to 10% ਕਰ ਲਓ, 8 to 10% ਦੀ ਐਪਰੀਸੀਏਸ਼ਨ ਹੋਈ ਹੋਏਗੀ। ਬਹੁਤ ਵਧੀਆ ਪ੍ਰੋਜੈਕਟ ਦੀ 15% ਐਂਡ ਅਬਵ ਉਹਦੀ ਐਪਰੀਸੀਏਸ਼ਨ ਹੋਈ ਹੋਏਗੀ। ਮੈਂ ਰੈਜ਼ੀਡੈਂਸ਼ੀਅਲ ਦੀ ਗੱਲ ਕਰ ਰਿਹਾ ਸਿਰਫ, ਠੀਕ ਹੈ। ਸਿਰਫ ਰੈਜ਼ੀਡੈਂਸ਼ੀਅਲ। ਪਿਕ ਐਨੀ ਪ੍ਰੋਜੈਕਟ, ਜਿਹੜੇ ਪ੍ਰੋਜੈਕਟ ਨੂੰ ਵੀ ਜਾਣਦੇ ਹੋ, ਉਹਦੇ ਈਅਰ ਔਨ ਈਅਰ ਦੀ ਗਰੋਥ ਦੇਖ ਲਓ। ਓਕੇ, ਜੇ ਉਹ ਕੰਸਿਸਟੈਂਸੀ ਦੇ ਨਾਲ ਵੱਧਦਾ ਗਿਆ ਹਾਂ। ਈਅਰ ਔਨ ਈਅਰ ਗਰੋਥ ਹੁੰਦੀ ਗਈ ਹੈ। ਜੇ ਕਿਸੇ ਸਾਲ ਬ੍ਰੇਕ ਲੱਗੀ ਹੈ, ਅਗਲੇ ਸਾਲ ਜੰਪ ਵੀ ਮਿਲਿਆ ਹੋਏਗਾ, ਔਰ ਜੇ ਬ੍ਰੇਕ ਤੋਂ ਬਾਅਦ ਜੰਪ ਨਹੀਂ ਮਿਲਿਆ ਫਿਰ ਉਹ ਡਾਊਨ ਆਉਂਦਾ ਹੋਏਗਾ। ਤੇ ਐਵਰੇਜ 8 to 10% ਦੀ ਗਰੋਥ ਹੋਈ ਹੋਏਗੀ। ਜੇ 8 to 10% ਦੀ ਨਹੀਂ ਹੋਈ ਤਾਂ ਫਿਰ ਪ੍ਰੋਜੈਕਟ ਬੰਦ ਹੋ ਗਿਆ ਹੋਏਗਾ। ਓਕੇ, देयर इज नो मिडवे। ਅੱਛਾ, ठीक है। सो ROI इज यू गॉट टू कैलकुलेट ਰਾਈਟ, कि भी की ROI होनी चाहिए है और की ROI होएगी। बिकॉज me as a developer will always say good things about my project. obviously हम Why I will criticize my project? Yes, I am open for the criticism. I will learn it, I will listen, I will pick few things and I'll implement it if that is required. yes, But I am not the right person to tell you, "Yo, you invest here today, this apartment is going to be this. All I can tell you is that this is the flagship project. This is going to be the tallest building of the new Chandigarh." We are going 116-meter height. Right? okay, Which is 32 floors, right, which no other project has it in the vicinity of the new Chandigarh. Every apartment has a hills view. 17% of the area, built up area is there. That means 83% is the landscaping. Landscaping is being done by the PLA, globally known for the landscaping. Interiors being done by the HBA, who has done most of the 5-star, 7 stars across globe. right, So lighting being done by the LDP. LDP is जिन्हों ने ओपेरा हाउस दी लाइटिंग सारी डिजाइन की थी. This is the team which we have hired. They are creating wonders. right. How this can be accessible, easily accessible for the end users. So we are the first one in the city who have launched the 1% of the payment plan. ਹਾਂ ਭਾਜੀ, ਉਹਦੇ ਬਾਰੇ ਦੱਸੋ ਮੈਨੂੰ, ਕਿ ਉਹ ਕੀ ਹੈ 1% ਆ ਗਈ ਕੀ? So the 1% ਨੂੰ ਥੋੜਾ ਡਿਟੇਲ ਦੇ ਵਿੱਚ ਸਮਝਾਣਾ। ਹਾਂ, For example, you want to buy the flat today. The flat cost is 4 crore rupees. ਤੁਸੀਂ ਕਹਿੰਦੇ 4 ਕਰੋੜ ਦਾ ਫਲੈਟ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਦੇਣੇ, 50 ਲੱਖ ਦੀਆਂ ਕਿਸ਼ਤਾਂ, ਯਾਰ ਮੈਂ ਅੱਜ ਤੇ ਦੇ ਦਾਂਗਾ। ਜੇ ਅਗਲੇ 6 ਮਹੀਨੇ ਬਾਅਦ ਮੇਰਾ 50 ਲੱਖ ਰੁਪਈਆ ਨਹੀਂ ਮੇਰੇ ਤੋਂ ਇਕੱਠਾ ਹੋਇਆ, ਫਿਰ ਮੈਂ ਕੀ ਕਰਾਂਗਾ? ਮੈਂ ਬੋਝ ਨਹੀਂ ਪਾਣਾ ਚਾਹੁੰਦਾ। ਕੋਈ ਨਹੀਂ, ਥੋੜੀ ਦੇਰ ਠਹਿਰ ਕੇ ਲੈ ਲਾਂਗੇ। ਉਹ ਜਦੋਂ ਥੋੜੀ ਦੇਰ ਠਹਿਰ ਕੇ ਆਣੀ ਹੈ ਨਾ ਜਸ, ਉਹ 4 ਕਰੋੜ ਦੀ ਚੀਜ਼ ਵੱਧ ਗਈ ਹੋਣੀ ਹੈ, ਫਿਰ ਤੁਹਾਡੀ ਪਹੁੰਚ ਤੋਂ ਬਾਹਰ ਹੋਣੀ ਹੈ। So our intent was how we can make it accessible for people who are earning 5 to 7 lakh rupees a month. ਰਾਈਟ, ਕਿਉਂਕਿ ਜਿਹੜਾ ਇੰਡੀਆ 'ਚ 5 ਤੋਂ 7 ਲੱਖ ਰੁਪਏ ਮਹੀਨੇ ਦਾ ਕਮਾ ਰਿਹਾ ਨਾ ਜੈਸ, ਉਹਦੇ 3 ਤੋਂ 4 ਲੱਖ ਰੁਪਏ ਦੇ ਫਿਕਸ ਖਰਚੇ ਹੈ, 3 ਲੱਖ ਰੁਪਏ ਦੇ ਉਹਦੇ ਫਿਕਸ ਖਰਚੇ ਹੈ, 2 ਲੱਖ ਰੁਪਈਆ ਮਹੀਨੇ ਦਾ ਉਹ ਸਪੇਅਰ ਕਰਦਾ ਹੈ, ਜਿਹੜਾ ਉਹ ਸੋਚਦਾ ਮੈਂ ਇਨਵੈਸਟ ਕਰਨਾ। Keeping that in mind, we created this plan. For example ਜੀ 4 ਕਰੋੜ ਦਾ ਤੁਸੀਂ 19%, 19-20% ਤੁਸੀਂ ਡਾਊਨ ਦੇਣਾ। 20% ਲਾ ਲਓ, ਈਜ਼ੀ ਮੈਥ ਲਈ। ਲੈਟਸ ਸੇ 75 ਲੱਖ ਅਸੀਂ ਕਹਿੰਦੇ ਆ, ਬਟ ਤੁਸੀਂ ਈਜ਼ੀ ਮੈਥਸ ਲਗਾ ਲਓ, 20% ਡਾਊਨ ਦੇਣਾ 20% ਪਹਿਲਾਂ ਮੈਂ ਪੂਰੇ ਜੋ ਇਨ 90 ਡੇਜ਼, 3 ਮਹੀਨੇ ਚ ਤੁਸੀਂ 3 ਮਹੀਨੇ ਤੁਸੀਂ 20% ਦੇਤਾ। ਠੀਕ ਹੈ। ਹੁਣ 2 ਲੱਖ ਰੁਪਏ ਮਹੀਨੇ ਦੀ ਕਿਸ਼ਤ ਦੇਣੀ ਹੈ ਓਕੇ, ਫॉर 42 months, ਠੀਕ ਹੈ। which is 84 ਲੱਖ ਰੁਪੀਸ। ਹਾਂ, ਹੁਣ ਤੁਸੀਂ ਪਲੱਸ ਕਰ ਲਓ 80 + 75 + 84 ਜਾਂ 80 + 84, ਜਿੱਦਾਂ ਮਰਜ਼ੀ ਕੈਲਕੂਲੇਟ ਕਰ ਲਓ। 160, 165 ਤੁਸੀਂ 164 ਤੁਸੀਂ ਟੋਟਲ ਪੈਸੇ ਦਿੰਦੇ ਹੋ ਓਵਰ ਅ ਪੀਰੀਅਡ ਆਫ 4 years। ਓਕੇ, ਰੈਸਟ ਮਨੀ ਯੂ ਗਿਵ ਇਟ ਟੂ ਅਸ ਔਨ ਪੋਜੀਸ਼ਨ। ਕੰਪਲੀਸ਼ਨ ਜਿੱਦਾਂ ਹੋਗੀ ਸਾਨੂੰ, Correct, ਜਿੱਦਾਂ on ਚਾਬੀਆਂ completion। ਮਿਲਣੀ, ਰਜਿਸਟਰੀ ਹੋਣੀ ਹੋਗੀ। ਹੁਣ ਤੁਸੀਂ ਇਹਨੂੰ ਆਪਣੀ ਕੈਨੇਡੀਅਨ ਉਹ ਰੀਅਲ ਅਸਟੇਟ ਦੇ ਨਾਲ ਕੰਪੇਅਰ ਕਰ ਲਓ। ਯੂ ਗੇਵ 20% ਯੈਸ, and over a period of 4 years or 3.5 years, 42 months, you gave 2 lakh rupees each every month, right? ਤੁਹਾਡੀ total calculation ਦੇਖੋਗੇ ਨਾ, you gave 40% right, before the possession, rest you are paying it on possession, which is not earlier available in this city. so
ਨਾਰਮਲ ਕੀ Canada what we do is 20% and 80% or 25-75. ਯੈਸ 20-80 mostly ਚੱਲਦਾ ਹੈ ਹਾਂ। ਠੀਕ ਹੈ we did it 40-60 here ਠੀਕ ਹੈ and ਜਿਹੜਾ 20 ਹੈ ਨਾ ਉਹ ਤੁਸੀਂ ਈਜ਼ੀ ਇੰਸਟਾਲਮੈਂਟ ਚ ਦੇਣਾ ਇੱਥੇ ਨਾਲ ਦੂਸਰੇ ਪਲਾਨਸ ਕੀ ਹੈ ਜਿਹੜੇ ਅਸੀਂ ਵੀ ਉਹ ਆਫਰ ਕਰਦੇ ਆ CLP ਪਲਾਨ ਜਿਹਨੂੰ ਕਹਿੰਦੇ ਕੰਸਟਰਕਸ਼ਨ ਲਿੰਕ ਪਲਾਨ ਹਾਂ ਉਹ ਮੈਂ ਸੁਣਿਆ ਕਿ ਜਿੱਦਾਂ ਕੰਸਟਰਕਸ਼ਨ ਦੀ phase ਜਿੱਦਾਂ ਫੋਰ ਐਗਜ਼ਾਮਪਲ ਜੀ ਆਦੀ ਤੁਸੀਂ 20-25% ਅੱਜ ਦੇ ਦਿੱਤਾ ਜੀ ਹਾਂ ਤੁਹਾਡਾ ਰੇਰਾ ਐਗਰੀਮੈਂਟ ਹੋ ਗਿਆ ਜੀ ਦੈਨ ਜੀ ਜਦੋਂ ਅਸੀਂ ਗਰਾਊਂਡ ਫਲੋਰ ਤੇ ਪਹੁੰਚਾਂਗੇ ਉਦੋਂ 10% ਦੇ ਹੋਗੇ 8ਵੇਂ ਫਲੋਰ ਤੇ ਪਹੁੰਚਾਂਗੇ 10 ਦੇ ਹੋਗੇ 16ਵੇਂ ਤੇ ਪਹੁੰਚਾਂਗੇ 10 ਦੇ ਹੋਗੇ 32ਵੇਂ ਤੇ ਪਹੁੰਚਾਂਗੇ 10 ਦੇ ਹੋਗੇ ਪੇਂਟ ਵਰਕ ਚਾਲੂ ਹੋਏਗਾ 10 ਦੇ ਹੋਗੇ ਫਿਰ ਜੀ ਕੰਪਲੀਸ਼ਨ ਤੇ ਤੁਸੀਂ ਦਿਓਗੇ ਸੋ ਕਰਦੇ ਕਰਾਂਦੇ ਪੋਜੈਸ਼ਨ ਤੋਂ ਪਹਿਲੇ ਤੁਸੀਂ 90% ਪੈਸੇ ਦੇ ਦਿੰਦੇ ਹੋ ਓਕੇ ਤੁਸੀਂ ਉਹ ਵੀ ਰੱਖਿਆ ਹੋਇਆ ਸਾਡੇ ਕੋਲ ਉਹ ਵੀ ਹੈ ਕਈਆਂ ਨੂੰ ਉਹੀ ਸੂਟ ਕਰਦਾ ਪਰ ਉਹ ਕਿਉਂ ਸੂਟ ਕਰਦਾ ਜੇ ਤੁਸੀਂ ਹਰ ਕਿਸੇ ਦਾ ਆਪਣਾ ਵਿਊ ਹੈ ਪਰ ਕੀ ਪ੍ਰਾਈਸ ਦਾ ਡਿਫਰੈਂਸ ਹੈਗਾ ਜਿੰਨਾਂ ਦੀ 1% ਵਾਲਾ ਹੈ ਤੇ ਜਿਹੜਾ ਦੂਜਾ ਹੋਏਗਾ no such difference ਤੁਸੀਂ ਕੈਲਕੂਲੇਟ ਕਰੋਗੇ ਨਾ ਜੈਸ if you calculate it the money which you have given today ਰਾਈਟ on possession ਦੇ days calculate ਕਰ ਲਓ 9% ਬੈਂਕ ਦਾ ਵਿਆਜ ਲਗਾ ਲਓ ਹਾਂ ਤਾਂ ਮੈਂ ਉਹੀ ਕਹਿ ਰਿਹਾ ਜੀ ਜੇ 4 ਕਰੋੜ ਦਾ ਹੈ ਤੇ ਮੈਨੂੰ ਆਪਸ਼ਨ ਦੇ ਰਹੇ ਕਿ ਤੁਸੀਂ 2-2 ਲੱਖ ਰੁਪਏ ਕਰਕੇ ਮਹੀਨੇ ਦਾ ਦਿਓ ਤੇ ਮੈਂ ਕਿਉਂ ਦਊਂਗਾ ਜ਼ਿਆਦਾ ਪੈਸੇ ਕਈਆਂ ਨੂੰ ਹੁੰਦਾ ਕਿ ਸਾਡੇ ਕੋਲ ਨਹੀਂ ਆਣਾ 2-2 ਲੱਖ ਰੁਪਏ ਮਹੀਨੇ ਦਾ ਹਰ ਕਿਸੇ ਦੇ ਜੈਸ ਆਪਣੀ ਆਪਣੀ ਸਿਚੁਏਸ਼ਨ ਐਂਡ ਸਰਕਮਸਟੈਂਸੈਸ ਪਰ ਮੈਂ ਐਜ਼ ਐਨ ਇਨਵੈਸਟਰ ਸਮਝਦਾ ਹਾਂ ਜਿਹੜਾ NRI ਖਾਸ ਕਰਕੇ ਦੇਖਦੇ ਨੇ ਉਹ ਇਹ ਦੇਖਦੇ ਕਿ ਸਾਡੀ ਰਿਟਰਨ ਕੀ ਆ ਰਹੀ ਹੈ ਤੇ ਮੈਂ ਐਕੁਇਟੀ ਕਿਉਂਕਿ ਉੱਥੇ ਕੀ ਹੈ equity ਦੇ ਉੱਤੇ ਇੱਥੇ ਕੀ ਹੈ ਰੀਅਲ ਏਸਟੇਟ ਚੱਲਦੀ ਹੈ ਮੋਸਟ ਆਫ ਦ ਪੀਪਲ ਮੋਰਗੇਜ ਨਹੀਂ ਹੁੰਦੀ ਹੋਮ ਲੋਨ ਨਹੀਂ ਹੁੰਦਾ ਉਹ ਲੈ ਲੈਂਦੇ ਨੇ ਨੋ ਇੱਥੇ ਸਾਡੇ ਕੋਲ ਹੋਮ ਲੋਨਸ ਅਵੇਲੇਬਲ ਹੈ ਨਹੀਂ ਹੁਣ ਹੈਗੇ ਨੇ ਵੀ ਹੈਵ ਆਲਰੇਡੀ ਸਾਈਨਡ ਅਪ ਵਿਦ ਦ ਬੈਂਕ ਤੁਸੀਂ ਆਪਣੀ ਕੈਨੇਡੀਅਨ ਇਨਕਮ ਦਿਖਾ ਦਿਓ देयर इज अ फैसिलिटी अवेलेबल फॉर द NRIs ਅੱਛਾ ਮੈਂ ਉਹਦੇ ਤੇ ਵੀ ਆਂਦਾ we will get you the loan ਪਰ too ਮੈਂ ਤੁਹਾਨੂੰ ਮਾਈਂਡਸੈਟ ਸਮਝਾਉਣਾ ਚਾਹੁੰਦਾ ਕਿ ਉੱਥੇ ਦੇ ਇਨਵੈਸਟਰ ਦਾ ਕੀ ਹੈ ਅਸੀਂ ਇੱਥੇ ROE ਕਹਿੰਦੇ ਨੇ ਉੱਥੇ ਰਿਟਰਨ ਔਨ ਐਕੁਇਟੀ ਕਿਉਂਕਿ ਉੱਥੇ ਗੇਮ ਇੱਥੇ ਇੰਡੀਆ ਚ ROE ਕਹਿੰਦੇ ਰਿਟਰਨ ਔਨ ਈਗੋ ਅੱਛਾ ਉਹ ਕੀ ਹੈ ਭਾਜੀ ਰਿਟਰਨ ਜ਼ੀਰੋ ਬਾਅਦ ਚ ਸਮਝਾਵਾਂਗੇ ਹੋਟਲ ਚ ਹੁੰਦੀ ਹੈ ਠੀਕ ਹੈ ਓਕੇ ਕਮਿੰਗ ਬੈਕ ਟੂ ਦ ਪੁਆਇੰਟ ROE ਜਿਹੜੀ ਹੈ ਉੱਥੇ ਅਸੀਂ ਉਹਨੂੰ ਕਿਉਂ ROE ਗਿੰਦਾ ਹਰ ਬੰਦਾ ਕਿਉਂ ਗਿੰਦਾ ਉੱਥੇ ਇਨਵੈਸਟਰ ਯਾਰ ਮੈਂ ਤਾਂ 20% ਹੀ ਪਾਇਆ 80% ਬੈਂਕ ਦਾ ਹੈ ਮੈਨੂੰ ਜੇ ਮਿਲੀਅਨ ਦਾ ਮੈਂ ਅਪਾਰਟਮੈਂਟ ਲਿੱਤਾ ਮੈਂ 2 ਲੱਖ ਪਾਇਆ ਉਹ ਕੱਲ ਨੂੰ 11 ਦਾ ਹੋ ਗਿਆ ਤੇ ਮੈਂ ਤਾਂ 2 ਲੱਖ ਨਾਲ 1 ਲੱਖ ਬਣਾ ਲਿਆ ਤੁਹਾਡੇ ਕੇਸ 'ਚ ਅਸੀਂ 40% ਦੇ ਦਿੱਤਾ ਠੀਕ ਹੈ ਉਸ ਵੇਲੇ ਕੀ ਐਕਸਪੈਕਟੇਸ਼ਨ ਹੈ ਜਦੋਂ ਕੰਪਲੀਸ਼ਨ ਹੁੰਦੀ ਦੀ 4 ਸਾਲ ਦੇ ਬਾਅਦ ਕਿ ਉਹਦੀ ਗਰੋਥ ਕਿੰਨੀ ਹੋਏਗੀ ਪਰ ਸਕੁਅਰ ਫੀਟ ਦੇ ਹਿਸਾਬ ਨਾਲ ਲਾ ਲਈ ਜਾਂ ਇੱਕ ਰਫ ਨੰਬਰ ਲੈ ਲਈ ਕਿ 4 ਕਰੋੜ ਦਾ ਫਲੈਟ ਸੀਗਾ ਕਿੰਨੇ ਕੁ ਦਾ ਹੋਊਗਾ ਉਸ ਵੇਲੇ I don't want to promote this, right? Giving the lucrative options to anybody. I will leave this topic for our listeners. I've just said कि real estate market ਦੇ statistics ਕੱਢੋ ਪਿਛਲੇ 5 ਸਾਲ ਦੇ 8 ਤੋਂ 10% ਹੈਗੀ ਹੈ That's a worst case scenario. 8 ਤੋਂ 10% ਹੈ ਚੰਗੇ ਪ੍ਰੋਜੈਕਟਾਂ ਦੀ 15% ਐਂਡ ਅਬਵ ਹੈ ਮੈਂ ਕਹਿੰਦਾ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਪਿਚ ਤੇ ਖੜੇ ਹੋ ਕਰਕੇ ਖੇਡ ਲਓ ਔਰ ਜਿੱਥੇ ਮਰਜ਼ੀ ਕੈਲਕੂਲੇਟ ਕਰ ਲਓ you gave 40% ਜੇ ਇਕੁਇਟੀ ਦੀ ਗੱਲ ਕਰ ਲਈਏ ਹਾਂ ਓਵਰ ਅ ਪੀਰੀਅਡ ਆਫ 3.5 years ਰਾਈਟ ਤੁਸੀਂ ਕੈਲਕੂਲੇਟ ਕਰ ਲਓ 4 ਸਾਲਾਂ 'ਚ ਤੁਹਾਨੂੰ ਕਿੰਨੀ ਰਿਟਰਨ ਆਣੀ ਚਾਹੀਦੀ ਹੈ ਜਾਂ ਕਿੰਨੀ ਗਰੋਥ ਹੋ ਜਾਏਗੀ ਨਾਟ ਰਿਟਰਨ ਕਿੰਨੀ ਗਰੋਥ ਹੋ ਜਾਏਗੀ ਯੈਸ ਦੂਸਰਾ ਹੈ ਕਿ ਵੀ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਨਹੀਂ ਜੀ ਆਪਾਂ ਨੂੰ ਕੰਸਟਰਕਸ਼ਨ ਲਿੰਕ ਪਲਾਨ ਜਾਣਾ ਉਹਦੇ ਤੇ ਤੁਸੀਂ ਆਪਣੀ ਗਰੋਥ ਕੰਸੀਡਰ ਕਰ ਸਕਦੇ ਹੋ ਕਿੰਨਾ ਸਕੁਅਰ ਫੀਟ ਵਧੇਗਾ ਆਈ ਡੋਨਟ ਨੋ ਇਹ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਸਾਡੀਆਂ ਤੇ ਬਹੁਤ ਜ਼ਿਆਦੀਆਂ ਹਾਈ ਐਕਸਪੈਕਟੇਸ਼ਨ ਹੈ ਬਟ ਅਗੇਨ ਮੈਂ ਬੋਲ ਸਕਦਾ ਬਟ ਮੈਂ ਜੇ ਕੁਝ ਵੀ ਵਰਡ ਬੋਲਾਂਗਾ ਨਾ that is going to be a selling and promoting my own product which I don't want ਯੈਸ because see we are not selling any apartment here this is a flagship project and we are giving you a home ਯੈਸ ਕਿ ਵੀ ਜਿਹੜਾ ਹਰ ਕਿਸੇ ਦਾ ਇੱਕ ਸੁਪਨਿਆਂ ਦਾ ਘਰ ਹੈ ਕਿ ਲਾਈਕ ਮੇਰੇ ਸਾਹਮਣੇ ਹਿਲਸ ਹੋਣੀਆਂ ਚਾਹੀਦੀਆਂ ਲੈਂਡਸਕੇਪਿੰਗ ਇਟ ਹੈਜ਼ ਟੂ ਬੀ ਦ ਟੌਪ ਆਫ ਦ ਲਾਈਨ ਮੇਰੇ ਬੱਚੇ ਸਿਕਿਉਰਡ ਅਪਾਰਟਮੈਂਟ ਹੋਣ ਜੇ ਪੇਰੈਂਟਸ ਵੀ ਹੈ ਕਿ ਭਾਈ ਉਹਨਾਂ ਕੋਲ ਸਾਰੀਆਂ ਫੈਸਿਲਿਟੀਜ਼ ਹੈ ਸੋ ਇਫ ਯੂ ਗੋ ਥਰੂ ਅਵਰ ਸਪੈਕਸ ਨਾ ਇਟਸ ਲਾਈਕ ਟੌਪ ਆਫ ਦ ਲਾਈਨ ਸੋ ਆਈ ਡੋਂਟ ਵਾਂਟ ਟੂ ਟਾਕ ਔਨ that what kind of growth somebody will get this project is for the people who understand the taste ਰਾਈਟ ਜਿਨ੍ਹਾਂ ਕੋਲ ਟੇਸਟ ਨਹੀਂ ਹੈ this is not the project for them ਨਹੀਂ ਪਰ ਜਿਵੇਂ ਐਂਡ ਆਫ ਦਾ ਡੇ ਤਾਂ ਬੰਦੇ ਨੇ ਇਹ ਵੀ ਦੇਖਣਾ ਨਾ ਮੇਰੀ ਗਰੋਥ ਹੋ ਰਹੀ ਹੈ ਰੀਅਲ ਸਟੇਟ ਦੇ ਵਿੱਚ ਕਿ ਨਹੀਂ ਹੋ ਰਹੀ ਹੈ ਹੋਏਗੀ 100% ਹੋਣੀ ਹੈ ਮੈਂ ਕਹਿ ਰਿਹਾ ਕਿ ਹਾਂ ਪ੍ਰੋਜੈਕਟ ਤੇ ਨਹੀਂ ਕਰਦੇ ਮੈਂ ਆਈ ਅੰਡਰਸਟੈਂਡ ਐਂਡ ਆਈ ਇੰਡਸਟਰੀ ਦੀ ਗੱਲ ਕਰ ਲਓ 10% ਬੈਂਚਮਾਰਕ ਲਗਾ ਲਓ ਈਅਰ ਔਨ ਈਅਰ ਹੁਣ 10% ਇਹ ਗੁੱਡ ਮਾਰਕੀਟ ਦੇ ਵਿੱਚ ਆ ਕਿਉਂਕਿ ਹੁਣ ਇਸ ਵੇਲੇ ਇੰਡੀਆ ਦੀ ਸਲੋ ਮਾਰਕੀਟ ਚ ਇਸ ਵੇਲੇ ਇੰਡੀਆ ਦੀ ਰੀਅਲ ਸਟੇਟ ਮਾਰਕੀਟ ਕੀ ਹੈ ਸਲੋ ਹੈ ਕਿ ਬਿਜ਼ੀ ਹੈ ਕਿ ਠੀਕ ਹੈ ਕੰਪੈਰੀਟਿਵਲੀ ਟੂ ਕੈਨੇਡਾ ਇਜ਼ ਵੈਰੀ ਗੁੱਡ ਕੈਨੇਡਾ ਦੀ ਮਾਰਕੀਟ ਇਸ ਵੇਲੇ ਵਰਸਟ ਹੈ ਆਲ ਟਾਈਮ ਵਰਸਟ ਵੈਰੀ ਗੁੱਡ
ਪਿਛਲੇ 20 ਸਾਲ ਦੇ ਵਿੱਚ ਜੋ ਸਟੈਟਸ ਹੁਣ ਇਸ ਵੇਲੇ Correct, I know that. ਸੋ ਉਸ ਕਰਕੇ ਨਾ ਬਾਇਰ ਵੀ ਹੈ ਜਿਹੜਾ ਇਨਵੈਸਟਰ ਉਹ ਥੋੜਾ ਕੰਸਰਨ We invest in real estate of Canada. ਹਾਂ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਇਹ ਹੋ ਗਿਆ ਨਾ ਪ੍ਰੀ ਸੇਲ ਜਿਹੜੇ ਪ੍ਰੋਜੈਕਟਸ ਜਿਹਦਾ ਕੌਂਡੋਸ ਨੇ ਉੱਥੇ ਕੀ ਪ੍ਰੋਬਲਮ ਆ ਜੀ। ਗਈ ਬੰਦਿਆਂ ਨੇ 20% ਦੇਤਾ ਹਾਂ 4 ਸਾਲ ਬਾਅਦ ਕੰਪਲੀਸ਼ਨ ਹੋਈ ਉਹ ਜਿੰਨੇ ਦਾ ਉਹਨੇ ਖਰੀਦਿਆ ਸੀ ਉਸ ਤੋਂ ਵੀ ਥੱਲੇ ਚਲੇ ਗਏ correct, I know that. ਸੋ ਕੰਸਰਨ ਹੈਗਾ ਉਹਨਾਂ ਦਾ ਕਿ ਯਾਰ ਇੱਥੇ ਵੀ ਨਾ ਉਹ ਹੋਵੇਗਾ no not at all. ਤੁਸੀਂ 5 ਸਾਲ ਛੱਡੋ, ਤੁਸੀਂ 10 ਸਾਲ ਪੁਰਾਣੇ ਦੇ ਵਿੱਚ ਚਲੇ ਜਾਓ। ਹਾਂ ਮੈਨੂੰ ਇੱਕ ਪ੍ਰੋਜੈਕਟ ਤੇ ਦੱਸ ਦਿਓ ਜਿਹਦੇ ਚ ਇੰਡੀਆ 'ਚ ਇਹੋ ਚੀਜ਼ ਹੋਈ ਹੋਵੇ। ਨਹੀਂ ਮੈਨੂੰ ਨਹੀਂ ਪਤਾ ਤੁਸੀਂ ਇੰਡੀਆ ਚ ਰਹਿੰਦੇ ਨਾ ਤਾਂ Absolutely ਕਰਕੇ no. ਨਹੀਂ ਹੈਗੀ Absolutely no. See, the difference between Canada and India real estate is ਕਿਉਂਕਿ ਉੱਥੇ ਸਾਰਾ 90% 80% is on the basis of the loan. ਯੈਸ ਇੰਟਰਸਟ ਰੇਟ ਵਧ ਗਿਆ ਤੇ ਨੰਬਰਸ ਹਿਲ ਜਾਂਦੇ ਆ ਉੱਥੇ ਵੈਲਿਊਏਸ਼ਨ ਤੁਸੀਂ ਨਹੀਂ ਡਿਸਾਈਡ ਕਰਦੇ ਘਰ ਦੀ ਕੀ ਹੈ, ਬੈਂਕ ਡਿਸਾਈਡ ਕਰਦਾ ਹੈ। ਕਰਦਾ ਬਿਲਕੁਲ That's a Economy ਸਾਰੀ difference. ਬੈਂਕ ਤੇ ਚੱਲਦੀ ਪਈ ਹੈ Correct. Everything is on the loan. ਯੈਸ The India real estate is not, everything is not on the loan. It's some percentage. And ਜੇ ਮੈਂ ਕਹੂੰਗਾ 100 ਰੁਪਏ ਦੀ ਚੀਜ਼ ਹੈ 50 ਦਾ ਲੋਨ ਹੋਊਗਾ, ਹਾਂ 50 ਆਪਣੇ ਪੈਸੇ ਪਏ ਹੋਏ ਹੈ। ਪਈ ਹੈ ਇਸ So ਕਰਕੇ ਬੜਾ ਗਰੋਇੰਗ ਹੈ। ਤੁਸੀਂ ਹੁਣ ਇਹ ਦੇਖੋ, ਤੁਸੀਂ ਜੇ ਕੈਨੇਡਾ ਦੀ ਰੀਅਲ ਏਸਟੇਟ 'ਚ ਪਾ ਲਓ, ਜੇ 50% ਆਪਣੇ ਪੈਸੇ ਪਏ ਹੈ, ਦੱਸੋ ਕਿੱਥੇ ਹਿਲਦੀ ਹੈ ਰੀਅਲ ਏਸਟੇਟ? ਨਹੀਂ ਫੇਰ ਨਹੀਂ ਹਿਲੇਗੀ ਕਿਉਂਕਿ ਇੰਟਰਸਟ ਰੇਟ ਦਾ ਕਰਕੇ Very better good. ਕੀਤਾ ਨਾ ਵੀ ਇੰਟਰਸਟ ਉੱਪਰ ਗਏ Correct. ਪੇਮੈਂਟਾਂ ਹਿਲ ਗਈਆਂ Correct. ਕਿਉਂਕਿ ਉੱਥੇ ਹੁਣ bank ਦੇ ਪੇਮੈਂਟਾਂ ਕੀ ਹੈ? ਪੈਸੇ ਮੈਂ ਦਾ $5000 ਉੱਥੇ ਕਮਾ ਰਿਹਾ ਮਹੀਨੇ ਦਾ, ਭਾਈ ਮੇਰੀ 1000 ਦੀ ਕਿਸ਼ਤ ਸੀਗੀ ਉਹ ਸਿੱਧੀ ਪਹੁੰਚ ਗਈ 1500 ਤੇ ਮੇਰਾ ਬਜਟ ਹਿਲ ਗਿਆ। ਹਾਂ 500 ਨਾਲ ਮੇਰਾ ਬਜਟ ਹਿਲ ਗਿਆ, ਮੈਨੂੰ ਛੱਡਣਾ ਪਏਗਾ। ਔਰ ਜੇ ਮੇਰੇ ਕੋਲ 2-3 ਪ੍ਰਾਪਰਟੀ ਹੈ ਮੈਂ ਤੇ ਹਾਂ ਨੋ ਉਹ ਹੋਇਆ ਐਕਚੁਅਲ ਚ ਇਦਾਂ ਹੀ ਹੋਇਆ ਨਾ ਕਿਉਂਕਿ ਉੱਥੇ 2-3-4 ਪ੍ਰਾਪਰਟੀਆਂ ਸੀਗੀਆਂ ਕਰੈਕਟ। ਮੋਰਗੇजेस ਉੱਪਰ ਚਲੀ ਗਈਆਂ ਅਫੋਰਡੇਬਿਲਟੀ ਨਹੀਂ ਨਿਕਲ ਪਾਈ India real estate jazz is not about buying 4, 5, 10 properties together ਕਿ ਪਤਾ ਯਾਰ ਕੰਪਲੀਸ਼ਨ ਆਊਗੀ ਤੇ ਬੈਂਕ ਆ ਜਾਊਗਾ ਮੈਂ ਐਗਜ਼ਿਟ ਲੈ ਲਵਾਂਗਾ। ਇੰਡੀਆ ਰੀਅਲ ਏਸਟੇਟ ਇਸ ਤੁਹਾਡੇ ਕੋਲ ਆਪਣੇ ਪੈਸੇ ਪਾਣ ਨੂੰ ਹੈ 50%, ਫੇਰ ਪੰਗਾ ਲਓ। ਜੇ ਹੈਗਾ ਵਾ ਕਿ ਭਾਈ ਤੁਹਾਡੇ ਕੋਲ ਸਿਰਫ ਬੈਂਕਾਂ ਦੇ ਬੇਸ ਦੇ ਉੱਤੇ ਕਰਨਾ ਹੈ ਤੇ ਬਿਲਕੁਲ ਨਾ ਕਰੋ, ਫੇਰ ਨਾ ਕਰੋ ਬਿਲਕੁਲ ਨਾ ਕਰੋ। ਜਿਹੜਾ ਸਾਡਾ 1% ਪੇਮੈਂਟ ਪਲਾਨ ਹੈ, That is a superior to the bank loan. ਵੀ ਸੇ ਬੈਂਕ ਲੋਨ ਯਾਰ ਉਦੋਂ ਲੈਣਾ ਨਾ ਜਦੋਂ ਪੋਜੀਸ਼ਨ ਮਿਲੇਗਾ। ਹਾਂ ਸੇਮ ਐਸ ਕੈਨੇਡਾ, ਯੈਸ ਤੁਸੀਂ 2-2 ਲੱਖ ਰੁਪਇਆ ਮਹੀਨੇ ਦਾ ਕਰਕੇ ਦੇਈ ਚੱਲੋ। ਅਬ ਤੁਸੀਂ ਦੇਈ ਜਾਂਦੇ ਪਏ 40% ਤੁਸੀਂ ਦੇਤਾ 40 ਦੇਤਾ, 60 ਦਾ ਲੋਨ ਲੈ ਲਓ, 60 ਦਾ ਉਹਦੀ ਵੀ ਇੰਸਟਾਲਮੈਂਟ 2 ਲੱਖ ਬਣਨੀ ਹੈ। ਟੈਕਨੀਕਲੀ ਵੀ ਲਰਨਡ ਇਟ ਫਰਮ ਕੈਨੇਡਾ ਬਟ ਇਨ ਅ ਵੈਰੀ ਗੁੱਡ ਵੇ ਕਿ ਵੀ ਹਾਊ ਦਿਸ ਕੈਨ ਬੀ ਮੋਰ ਫ੍ਰੈਂਡਲੀ ਐਂਡ ਈਜ਼ੀਲੀ ਅਵੇਲੇਬਲ ਐਂਡ ਐਕਸੈਸਿਬਲ ਐਂਡ ਹਾਊ ਵੀ ਕੈਨ ਬ੍ਰਿੰਗ ਦ ਈਜ਼ ਇਨ ਦਿਸ ਕਿ ਸੋ ਦੈਟ ਇਟ ਬਿਕਮ ਐਕਸੈਸਿਬਲ ਫॉर ਦ ਐਂਡ ਯੂਜ਼ਰਸ ਗੈਟ ਇਟ ਫॉर ਦ ਪੀਪਲ। ਮੈਂ ਹੁਣ ਫॉर ਐਗਜ਼ਾਮਪਲ ਕੈਨੇਡਾ ਰਹਿ ਰਿਹਾ, ਮੈਂ 4 ਸਾਲ ਬਾਅਦ ਇੰਡੀਆ ਆਉਣ ਦੀ ਸੋਚ ਨਹੀਂ ਹੈ। ਹਾਂ ਮੈਂ ਕਹਿੰਦਾ ਯਾਰ ਹੌਲੀ ਹੌਲੀ ਕਰਕੇ ਇੱਕ ਮੈਂ ਘਰ ਬਣਾ ਲਾਂ, ਉਹ ਵੀ ਚੰਡੀਗੜ੍ਹ 'ਚ। ਯੈਸ ਚੰਡੀਗੜ੍ਹ ਮੇਰੀ ਚੀਜ਼ ਬਣ ਗਈ ਕਰੈਕਟ। ਕਿਉਂਕਿ ਮੈਨੂੰ ਹੁਣ ਮੈਂ ਜੇ ਅੱਜ ਤੋਂ 4 ਸਾਲ ਬਾਅਦ ਸੋਚੂੰਗਾ ਇਹ ਜਿਹੜੀ 4 ਦੀ ਚੀਜ਼ ਹੈ ਪਤਾ ਨਹੀਂ ਕਿੱਥੇ ਪਹੁੰਚੀ ਹੋਊਗੀ, ਨਹੀਂ ਆਬਵੀਅਸਲੀ ਰੀਅਲ estate ਤੋਂ ਫਿਰ ਮੈਨੂੰ ਜੇਕਰ ਪੈਸੇ ਮੈਂ ਕੁਝ ਕਮਾ ਕੇ ਲੈ ਕੇ ਆਇਆ ਕੈਨੇਡਾ ਤੋਂ, ਭਈ ਮੈਂ ਸਾਰੇ ਲਗਾ ਦਾਂਗਾ, ਉਹ ਵੀ ਪੋਸੀਬਲ ਨਹੀਂ। ਔਰ ਆਂਦਿਆਂ ਮੇਰਾ ਕਿਸੇ ਨੇ ਬੈਂਕ ਲੋਨ ਨਹੀਂ ਕਰਨਾ। ਅੱਜ ਮੈਂ ਹੌਲੀ ਕਰਕੇ ਇੱਕ ਮੈਂ ਬੈਕਅਪ ਆਪਸ਼ਨ ਆਪਣੀ ਬਣਾ ਕੇ ਰੱਖ ਲਈ। ਇੱਕ ਤਾਂ ਹੁੰਦੇ ਆਪਸ਼ਨ ਹੈਗੀ ਕਿਸੇ ਦੇ ਕਿ ਮੈਂ ਵਾਪਸ ਆਣਾ ਇੰਡੀਆ ਜਾਂ ਪੇਰੈਂਟਸ ਲਈ ਲੈਣਾ। ਇੱਕ ਹੈਗਾ ਪਿਓਰ ਇਨਵੈਸਟਮੈਂਟ ਆ ਮੇਰੀ ਐਜ਼ ਐਨ ਇਨਵੈਸਟਰ। ਜਦੋਂ 4 ਸਾਲ ਬਾਅਦ ਕੰਪਲੀਸ਼ਨ ਹੁੰਦੀ ਹੈ ਕਿ ਡਿਵੈਲਪਰ ਦੀ ਟੀਮ ਹੈਲਪ ਕਰ ਸਕਦੀ ਉਹਨੂੰ ਫਲਿੱਪ ਕਰਨ ਨੂੰ ਅਪਾਰਟਮੈਂਟ ਨੂੰ ਕਿ ਅਸੀਂ ਵੇਚਣਾ ਚਾਹੁੰਦੇ ਹਾਂ। ਤੁਸੀਂ ਵੇਚੋਗੇ ਨਹੀਂ ਪਰ ਜੇ ਮੇਰਾ ਗੋਲ ਹੀ ਸਿਰਫ ਐਪਰੀਸ਼ੀਏਸ਼ਨ ਹੀ ਸੀ। ਮੈਂ ਨਹੀਂ ਕਹਿ ਰਿਹਾ ਕਿ ਵੀ ਤੁਸੀਂ ਰਿਸਕ ਲਓ। ਮੈਂ ਹਮੇਸ਼ਾ ਕਹਿੰਦਾ ਰੀਅਲ estate ਉਹੀ ਬਾਏ ਕਰੋ ਜਿਹੜੀ ਅਫੋਰਡ ਕਰ ਸਕੋ। ਠੀਕ ਹੈ ਪਲਾਨ ਇਹ ਹੈ ਮੈਂ ਉਹਨੂੰ ਫਲਿੱਪ ਕਰਨਾ। ਪਲਾਨ ਬੀ ਆ ਡਿਵੈਲਪਰ ਤੱਕ ਪਹੁੰਚਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਜੈਸੇ। ਨਹੀਂ ਪਰ ਮੈਂ ਹੁਣ ਕੈਨੇਡਾ ਬੈਠਾ ਮੈਂ ਤੇ ਕਿਹਨੂੰ ਮਿਲੂੰਗਾ ਕਿਹੜੇ ਪ੍ਰਾਪਰਟੀ ਡੀਲਰ ਰੀਅਲਟਰ ਕੋਲ ਜਾਊਂਗਾ not the property we have so many of the community partners if the answer you want straight answer you want from me the answer is yes ਇਹ ਸਿਚੁਏਸ਼ਨ ਜੀਬੀ ਰਿਐਲਿਟੀ ਨਾਲ ਕਦੀ ਇਹ ਸਿਚੁਏਸ਼ਨ ਆਂਦੀ ਨਹੀਂ ਆ ਗਈ ਤਾਂ ਮੈਂ ਬੈਠਾ ਕਿਉਂਕਿ ਉੱਥੇ ਦੇ ਐਨਆਰਆਈ ਨੂੰ ਜੋ ਬੰਦਾ ਉੱਥੇ ਬੈਠਾ ਨਾ ਉਹਨੂੰ ਇੱਕ ਪੀਸ ਆਫ ਮਾਈਂਡ ਚਾਹੀਦਾ ਬੜਾ ਹੈਡਿਕ ਨਹੀਂ ਚਾਹੀਦਾ। ਇਹਦਾ ਬੜਾ ਸਿੰਪਲ ਹੈ ਜੇ ਮੈਂ ਆਪਣੀ ਚੀਜ਼ ਨੂੰ ਆਪ ਖਰੀਦਣ ਲਈ ਤਿਆਰ ਨਹੀਂ ਆ ਤੇ ਕੋਈ ਵੀ ਨਹੀਂ ਖਰੀਦੇਗਾ। ਸੋ ਮਤਲਬ ਉਹਦੇ ਲਈ ਉਹ ਸਿਕਿਉਰਿਟੀ ਹੈਗੀ ਕਿ ਤੁਸੀਂ ਖਰੀਦ ਸਕਦੇ ਹੋ। ਉਹਨੂੰ ਹੈਸਲ ਨਹੀਂ ਕਰਨ ਦੀ ਲੋੜ ਹੈ। ਲੋਕ 4 ਬੰਦਿਆਂ ਨੂੰ ਲਿਖਾਓ ਕਰੋ ਵੇਚੋ ਮੇਰਾ ਅਪਾਰਟਮੈਂਟ ਕਿਦਾ। ਮੈਂ ਦੁਬਾਰਾ ਰਿਪੀਟ ਕਰ ਰਿਹਾ ਜੈਸ ਦਿਸ ਆਪਸ਼ਨ ਵਿਲ ਨੈਵਰ ਐਗਜ਼ਿਸਟ ਬਟ ਜੇ ਆ ਗਈ ਤਾਂ ਮੈਂ ਬੈਠਾ। ਹਾਂ ਕਿ ਬੰਦੇ ਨੇ ਵੇਚਨੇ ਨਹੀਂ ਕਈ ਬੰਦੇ ਹੈਗੇ ਹੋਣਗੇ ਜੀਬੀ ਇਦਾਂ ਦੇ ਵੀ ਨੇ ਉਹਨਾਂ ਨੇ ਕਹਿਣਾ ਸਿਰਫ ਪੈਸੇ ਕਿਉਂਕਿ ਰੀਅਲ estate ਇਸ ਵੇਲੇ ਕੀ ਹੈ ਕੈਨੇਡਾ ਦੀ ਸਲੋ ਹੈ। ਰੈਜ਼ੀਡੈਂਸ਼ੀਅਲ ਬਹੁਤ ਸਲੋ ਹੈ। ਕਮਰਸ਼ੀਅਲ ਸਲੋ ਨਹੀਂ ਹੈ ਡੈਡ ਹੈ। ਚਲੋ ਡੈਡ ਆ ਚਲੋ ਮੰਨ ਲਿਆ ਡੈਡ ਹੈਗੀ ਆ। ਪਰ ਜਿਨ੍ਹਾਂ ਕੋਲ ਪੈਸੇ ਹੈਗੇ ਉਹਨਾਂ ਕੋਲ ਹੈਗੇ ਨੇ ਦੇ ਸਿਟਿੰਗ ਔਨ ਕੈਸ਼ ਨਾਓ ਦੇ ਐਕਸਪਲੋਰਿੰਗ ਅਦਰ ਆਪਸ਼ਨਸ। ਦੁਬਈ ਉਹਨਾਂ ਚੋਂ ਇੱਕ ਕੰਟਰੀ ਹੈ। ਇੰਡੀਆ ਆ ਗਈ ਹੈ। ਹੁਣ ਉਹ ਬੰਦਾ ਕਹਿੰਦਾ ਯਾਰ ਮੈਂ ਪੈਸੇ ਹੁਣ ਕੈਨੇਡਾ ਦੀ ਇਕਨੋਮੀ ਇਸ ਵੇਲੇ ਥੱਲੇ ਹੈ ਸਾਰੀ ਉਮਰ ਨਹੀਂ ਰਹੇਗੀ ਪਰ ਉਹ 3-4 ਸਾਲ ਜਿਹੜਾ ਥੱਲੇ ਹੈ ਮੈਂ ਕਿੱਥੇ ਲਾਵਾਂ ਪੈਸਾ। ਮੈਂ ਪੈਸਾ ਵਾਪਸ ਇਵੈਂਚੁਅਲੀ ਲੈ ਕੇ ਆਉਣਾ ਚਾਹੁੰਦਾ ਵਾਂ। ਸੋ ਉਹਦੇ ਵਿੱਚ ਕਰਕੇ ਕਈ ਬੰਦਾ ਕਹੇਗਾ ਮੈਂ ਸਿਰਫ ਇਨਵੈਸਟਮੈਂਟ ਹੀ ਕਰਨੀ ਹੈ ਮੈਂ ਕੰਪਲੀਸ਼ਨ ਕਰਕੇ ਮੈਂ ਨਹੀਂ ਰੱਖਣਾ। ਮੈਨੂੰ ਤਾਂ ਯਾਰ ਪਾਰਕ ਕਰ ਰਿਹਾ ਇਸ ਵੇਲੇ ਮਰੀ। ਹਾਂ ਪਲਾਨ ਹੈ ਉਹੀ ਹੈ ਜਿੱਦਾਂ ਆਪਾਂ ਗੱਲ ਕੀਤੀ ਕਿ ਜੇ
ਭਾਜੀ ਉਸ ਵੇਲੇ ਨਹੀਂ ਵਿਕਦਾ ਪਿਆ ਤੇ ਇਹ ਨਾ ਕਰੋ ਕਿ ਕਿਸੇ ਛੋਟਾ ਡਿਪੋਜ਼ਿਟ 40% ਤੇ ਕਲੋਜ਼ ਕਰਨ ਦੀ ਕੋਸ਼ਿਸ਼ ਕਰੋ ਕਿ ਵੀ ਲੈ ਰਹੇ ਉਹ ਬੈਕਅਪ ਹੋਵੇ, ਪਰ ਉਹਨਾਂ ਨੂੰ ਇੱਕ ਪੀਸ ਆਫ ਮਾਈਂਡ ਮਿਲ ਜਾਂਦਾ ਕਿ ਵੀ ਡਿਵੈਲਪਰ ਸਾਡੀ ਹੈਲਪ ਕਰਨਗੇ ਇਹਨੂੰ। ਦੂਜਾ ਤੁਹਾਡੇ ਕੋਲ ਕੋਈ ਟੀਮ ਹੁੰਦੀ ਹੈ ਕਿ ਰੈਂਟ ਤੇ ਚੜਾਉਣਾ ਹੋਵੇ ਜੇ ਉਹਨੂੰ। Tomorrow, if you want it, the complete industry is there. Yes. ठीक है, yes, we have a team, not the in-house, but we have the community partners with us. कि भी who will get it done? ਤਾਂ ਮਤਲਬ ਤੁਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹੋ, ਗਾਈਡ ਕਰ For ਸਕਦੇ the ਹੋ। NRIs, A to Z, we give every solution because we understand. we- मैं हाँ। अहीं आप उथे रहने हैं, so बिल्कुल। we understand the pain of any Canadian or Australian. The complete NRI community, we understand their pain. So whatever their painful points are, trust you me, we have the solution of that. ਤੇ ਸਾਡੇ ਕੈਨੇਡੀਅਨਸ ਵਾਸਤੇ ਖਾਸ ਕਰਕੇ ਜੇ ਮੈਂ ਕਹਾਂ ਕੋਈ ਸਪੈਸ਼ਲ ਕੋਈ ਸਾਡੇ ਲਈ, ਮੈਨੂੰ ਪਤਾ ਤੁਸੀਂ 1% ਸਕੀਮ ਕੱਢੀ ਹੈ, ਕੋਈ ਸਾਡੇ ਲਈ ਸਪੈਸ਼ਲ ਵੀ ਕੋਈ ਆਫਰ ਦਿਓ। So we have different packages for the NRIs. Yes. Right. So Canada वास्ते खास करके है। हाँ। Canada and Australia, I don't want to, ठीक है, क्योंकि these are the two countries जिते ਅਸੀਂ business ਵੀ ਕਰਦੇ ਹਾਂ, ਬਿਲਕੁਲ। ਜਿਨ੍ਹਾਂ ਨੇ ਬਹੁਤ ਭਾਗ ਲਾਇਆ। So of course Canada and Australia ਜਿਹੜੇ ਉੱਥੇ NRI ਵਸਦੇ ਆ, ਦੋਵਾਂ ਵਾਸਤੇ we have created a different payment plan as well. ठीक है, so which you have it for yourself. I don't want to make it confusing even for the yes. public, right? And even I don't want to open it up on social media and say it, ਕਿਉਂਕਿ ਉਹ ਮੈਨੂੰ ਹੈਗਾ ਕਿ ਮੈਂ ਜੀਬੀ ਭਰਾ ਤੋਂ ਜ਼ਬਰਦਸਤੀ ਐਕਸਕਲੂਸਿਵ ਰਾਈਟਸ ਲੈ ਲੈਣੇ ਕਿ ਵੀ ਭਰਾ ਇਹ ਤੇ ਸਾਡੇ So yeah, ਕਲਾਇੰਟਸ ਵਾਸਤੇ ਕਰਨਾ ਪੈਣਾ। so just to let you know, just everybody let you know, Vancouver area चाहे सरी है तो और चाहे कि भी Jazz is the only authorized person who has the tag of the GB reality, क्योंकि Jazz और मैं दोवें इकट्ठे ही हैं जी, भरा ही हैं ਅਸੀਂ। ਬਿਲਕੁਲ, ਉਹ ਮੈਂ ਤਾਂ ਹੀ ਮੈਂ ਭਰਾ ਤੋਂ ਇੱਕ ਕਰਕੇ ਇੱਕ ਜ਼ਬਰਦਸਤੀ ਵੀ ਪੈਕੇਜ ਬਣਵਾਇਆ, ਸਪੈਸ਼ਲ ਬਣਵਾਇਆ ਕਸਟਮ, ਜਿਹੜਾ ਮੈਂ ਆ ਕੇ ਸ਼ੇਅਰ ਕਰੂੰਗਾ ਆਪਣੇ ਕਲਾਇੰਟਸ ਦੇ ਨਾਲ, ਦੋਸਤਾਂ ਦੇ ਨਾਲ, ਕਿ ਮੈਂ ਕਿਹਾ ਭਰਾ ਮੈਨੂੰ ਆਹ ਚੀਜ਼ ਚਾਹੀਦੀ ਹੈ। ਤਾਂ ਮੈਂ ਬੰਦਿਆਂ ਨੂੰ, ਆਪਣੇ ਭਰਾਵਾਂ ਨੂੰ ਉੱਥੇ ਕਹਿਣਾ, ਕਿਉਂਕਿ ਉੱਥੇ ਵੀ ਆਪਣੇ ਭਰਾ ਹੀ ਬੈਠੇ ਨੇ ਜੀ, ਕਿ ਭਾਜੀ ਜੀ, ਜੀ। ਪੈਸੇ ਲਾਣੇ ਆਪਾਂ, ਪੈਸੇ करेक्ट। मैं रियल एस्टेट ची एक चीज देखी है, मोस्ट ऑफ योर क्लाइंटेज डोंट इन्वेस्ट ऑन द एनी प्रोजेक्ट और रियल एस्टेट, they invest on your word and your credibility. ਬਿਲਕੁਲ If you have a good credibility, great bond with the people, ਜੇ ਉਹਨਾਂ ਨੇ ਪਹਿਲੇ ਤੁਹਾਡੇ ਤੋਂ ਪੈਸੇ ਬਣਾਏ ਹੋਏ ਆ, ਹਾਂ, ਉਹ ਟਰਸਟ ਹੈਗਾ ਨਾ, ਮੈਂ ਤੋੜਨਾ ਨਹੀਂ ਕਦੀ ਵੀ। ਮੈਂ ਹਮੇਸ਼ਾ ਉਹਨਾਂ ਨੂੰ ਇਹ ਕਹਿੰਦਾ ਮੈਂ ਤੁਹਾਡੇ ਪੈਸੇ ਉੱਥੇ ਲਾਉਂਗਾ ਜਿੱਥੇ ਮੈਂ ਲਾਣੇ। ਇਹ ਨਹੀਂ ਕਿ ਵੀ ਮੈਂ ਤੁਹਾਡੇ ਕਹਿੰਦਾ ਤੁਸੀਂ ਲਾ ਲਓ, 100%। ਕਿਉਂਕਿ ਉਹ ਮੈਂ ਕ੍ਰੈਡੀਬਿਲਿਟੀ ਖਤਮ ਹੈ, ਸਭ ਕੁਝ ਖਤਮ ਹੈ। ਉਹਨਾਂ ਨੇ ਮੇਰੇ ਫੇਸ ਵੈਲਿਊ ਤੇ ਮੇਰੇ ਕੋਲ ਇਦਾਂ ਦੇ ਭਰਾ ਨੇ ਉੱਥੇ ਬੈਠੇ ਜਿਹੜੇ ਕਹਿੰਦੇ ਜੈਸ ਤੂੰ ਦੇਖ ਲੈ, ਤਸੱਲੀ ਕਰ ਲਈ। ਆਪਾਂ ਵੀ ਇਦਾਂ ਹੀ ਹੈ, ਜਦੋਂ ਇਦਾਂ ਹੀ when we bought the real estate with you, ਅੱਜ ਵੀ ਯਾਰ ਜੈਸ ਤੇਰੀ ਤਸੱਲੀ ਆ, ਤੇਰੀ ਤਸੱਲੀ ਓਕੇ ਕਰ ਦੇ, ਫਿਰ ਤੇਰੀ ਰਿਸਪੌਂਸਿਬਿਲਟੀ ਹੈ ਹਾਂ ਨਾ ਵੀ ਤੂੰ ਕਰ ਰਿਹਾ, ਠੀਕ ਆ ਵੀ ਕਰ ਦਾਂਗੇ। ਪੂਰੀ ਤਾਂ ਕਿੰਨੀ ਵਾਰੀ ਗੱਲ ਹੁੰਦੀ ਹੈ, ਉਹ ਤੇ ਕਹਿੰਦਾ ਤੂੰ ਆਪੇ ਕਰ ਦੇ ਜੀ। ਵੀ ਉਹ ਚੀਜ਼ ਹੈ ਨਾ, ਵੀ ਉਹ ਉਹਨਾਂ ਭਰਾਵਾਂ ਦਾ ਮੈਂ ਮੇਕ ਸ਼ੋਰ ਕਰਨਾ ਕਿ ਵੀ ਉਹ ਸਹੀ ਰਹਿਣ, ਤੇ ਜਿਹੜੀ 100% ਆਪਾਂ ਪੈਕੇਜ ਲੈ ਕੇ ਆਵਾਂਗੇ ਕਰਾਂਗੇ ਨਾਲੇ। ਨਹੀਂ ਬਹੁਤ ਵਧੀਆ ਭਰਾ, ਥੈਂਕ ਯੂ। ਮੈਂ ਬਹੁਤ ਐਕਸਾਈਟਿਡ ਹਾਂ ਵਾਪਸ ਕੈਨੇਡਾ ਜਾ ਕੇ। ਖਿੱਚੋ ਜੀ ਕੰਮ ਮੈਨੂੰ, ਐਂਡ ਜਨਵਰੀ ਐਂਡ ਔਰ ਫੈਬਰਰੀ ਵੀ ਵਿਲ ਪਲਾਨ some road shows over there too. ਪਰਫੈਕਟ। ਜਨਵਰੀ ਚ ਆਪਾਂ ਆ ਰਹੇ ਹਾਂ ਨਾ, ਫਿਰ ਆਪਾਂ ਉੱਥੇ ਕਰਾਂਗੇ ਕੁਝ ਛੋਟਾ ਜਿਹਾ Done, and let's do some events over ਹਾਂ, there. ਵੀ ਇਵੈਂਟ ਕਰਾਂਗੇ ਕਿ ਜਿੱਥੇ ਲੋਕਾਂ ਨੂੰ ਦੱਸਾਂਗੇ। Toronto people have invested big time with us in the different projects, Yes. right? So Vancouver we have not explored, so with you we are exploring the Vancouver, so let's do it in the Vancouver. ਕਿਉਂਕਿ ਆਪਾਂ ਗੱਲ ਕੀਤੀ ਇੱਕ ਦੋ ਵਾਰੀ, ਟੂ ਬੀ ਓਨੈਸਟ ਮੇਰਾ ਕੌਨਫੀਡੈਂਸ ਨਹੀਂ ਸੀਗਾ, ਮੈਂ ਕਿਉਂਕਿ ਦੇਖੀ ਨਹੀਂ ਚੀਜ਼। ਭਰਾ ਆ ਆਪਾਂ, ਮੇਰੇ ਨਾਲ ਗੱਲ ਹੋਈ ਜੀ, ਇੱਕ ਦੋ ਵਾਰੀ ਕਿਹਾ ਜਾਏ ਸਾਹ ਪ੍ਰੋਜੈਕਟ ਹੈ, ਮੈਂ ਆ ਕੇ ਦੇਖਿਆ ਨਾ, ਅੱਖੀ ਦੇਖਿਆ ਜਦੋਂ, ਤੇ ਮੈਂ ਅਮੇਜ਼ ਹੋ ਗਿਆ ਕਿ ਯਾਰ ਇੱਕ ਤੇ ਜਗ੍ਹਾ ਇਦਾਂ ਦੀ ਚੀਜ਼ ਵੀ ਹੋ ਸਕਦੀ ਹੈ। ਸਹੀ ਬੋਲਦਾ ਸੀ, ਸਾਲ ਦਾ ਪਿੱਟਦਾ ਪਿਆ। ਸਹੀ ਬੋਲ ਨਹੀਂ, ਮੈਨੂੰ ਇਹ ਪਤਾ ਸੀ ਤੂੰ ਸਹੀ ਬੋਲਦਾ ਪਿਆ, ਪਰ ਮੈਂ ਕਿਹਾ ਯਾਰ ਪਤਾ ਨਹੀਂ ਯਾਰ ਚੰਡੀਗੜ੍ਹ ਪਹੁੰਚ ਜਾਏਗਾ, ਕਿੱਥੇ ਹੈ, ਕੀ ਹੈਗਾ। ਹੁਣ ਮੈਂ ਦੇਖ ਰਿਹਾ ਨਾ ਜੈਸ ਵਾਸਤੇ ਹੁਕਅਪ ਸੀਗਾ ਇੱਕ ਹੋਰ ਚੀਜ਼, ਜੋ ਬਾਉਂਸਰ ਸੀਗਾ ਜੈਸ ਵਾਸਤੇ, when he met somebody who at one point of time worked with him, bought the apartment here. तो ਇਹ ਆ ਗਿਆ, ਅੱਛਾ ਤੂੰ ਕਹਿੰਦਾ ਭਾਜੀ ਮੈਂ ਇੱਥੇ ਇਨਵੈਸਟ ਕੀਤਾ, ਕਹਿੰਦਾ ਅੱਛਾ ਮੈਂ ਹੀ ਲੇਟ ਆ। ਇਹ ਕੀ ਗੱਲ ਹੋ ਗਈ। ਹੁਣ ਆਪਾਂ ਰਿਕਵਰ ਕਰ ਲੈਣਾ ਭਾਜੀ, ਜਿਹੜਾ ਤੇਰੇ ਤੋਂ ਭਰਾ ਲਿੱਤਾ ਨਾ ਜ਼ਬਰਦਸਤੀ ਕਿ ਮੈਨੂੰ ਆ ਪੈਕੇਜ ਬਣਾ ਕੇ ਦੇ। Already done. ਆਪਾਂ ਕਰਦੇ ਹਾਂ। ਥੈਂਕ ਯੂ ਜੀ, Thank you very much. ਥੈਂਕਸ ਅ ਲੋਟ ਗਾਇਸ, ਥੈਂਕ ਯੂ।